बहुत बड़ा सबजैक्टिव टर्म है। हर एक बंदे का सच डिफरेंट है, हर एक बंदे का सच वखरा वखरा है। पर जिहड़ी गल आऊगी सही या गलत, आपां उत्थे चीज़ां नूं परख सकते हैं। एक स्क्रिप्चर वो है जिहड़ा ये कह रहा है कि किसी दी भी कोई जात धर्म कुछ नहीं पुछना, ਉਹੀ जात ਉਹੀ धर्म है जैसा तुसी कर्म कमाउने हो। किसी दे स्क्रिप्चर दे विच लिखिया कि अगर तुसी औरत हो तुहाडे नाल एवें दा बिहेव होना होऊगा, जे तुसी स्लेव हो यानी कि बंदी हो फिर इदां दा तुहाडे नाल बिहेव होना होऊगा। तो ਉਹ ਹੁਣ ਸਹੀ ਹੈ ਜਾਂ ਇਹ ਸਹੀ ਹੈ, ਇਹ ਦੋਨਾਂ ਨੂੰ ਆਪਾਂ ਸਹੀ ਜਾਂ ਗਲਤ ਦੇ ਪੈਮਾਨੇ ਉੱਤੇ ਨਾਪ ਸਕਦੇ ਹਾਂ। ਹੁਣ ਸਾਇੰਸ ਤਾਂ ਇਹ ਕਹਿੰਦੀ ਹੈ ਕਿ ਐਟਮ ਬੰਬ ਬਣਾਇਆ ਜਾ ਸਕਦਾ, ਔਰ ਐਟਮ ਬੰਬ ਅਗਰ ਬਣਿਆ ਤਾਂ ਫਿਰ ਉਹਨੂੰ ਤੁਸੀਂ ਕਿਤੇ ਮਾਰ ਵੀ ਸਕਦੇ ਹੋ, ਔਰ ਫਿਰ ਹਿਰੋਸ਼ੀਮਾ ਨਾਗਾਸਾਕੀ ਵਰਗੇ ਜਿਹੜੇ ਸਾਡੇ ਸਾਹਮਣੇ ਐਗਜ਼ਾਮਪਲਸ ਵੀ ਆ ਜਾਂਦੀਆਂ। ਸਾਇੰਸ ਕਹਿੰਦੀ ਆ ਕਿ ਗੈਸ ਚੈਂਬਰ ਬਣ ਸਕਦੇ ਆ, ਔਰ ਫਿਰ ਉਹਨਾਂ ਦਾ ਇਸਤੇਮਾਲ ਕਰਨਾ ਤੇ ਇਨਸਾਨ ਦੇ ਹੱਥ ਦੇ ਵਿੱਚ ਆ। ਤਾਂ ਕੱਲੀ ਜਿਹੜੀ ਨਿਊਰਲ ਸਾਇੰਸ ਆ ਨਾ, ਉਹ ਇਨਸਾਨ ਦੇ ਯੂਜ਼ ਦੇ ਵਿੱਚ ਆ ਕੇ ਉਹ ਕਿਸੇ ਤਰੀਕੇ ਦਾ ਵੀ ਰੂਪ ਲੈ ਸਕਦੀ ਹੈ, ਚੰਗਾ ਵੀ ਲੈ ਸਕਦੀ ਹੈ, ਮਾੜਾ ਵੀ ਲੈ ਸਕਦੀ ਹੈ। ਇਸ ਕਰਕੇ ਮੈਂ ਸਾਇੰਸ ਦੇ ਆਧਾਰ ਦੇ ਉੱਤੇ ਗੁਰਬਾਣੀ ਨੂੰ ਨਹੀਂ ਪਰਖੂੰਗੀ, ਪਰ ਮੈਂ ਇਹ ਜ਼ਰੂਰ ਦੇਖੂੰਗੀ ਕਿ ਗੁਰਬਾਣੀ ਕਿਸ ਤਰ੍ਹਾਂ ਦੀ ਸਾਇੰਸ ਨੂੰ ਸਹੀ ਦੱਸਦੀ ਆ। ਗੁਰੂ ਨਾਨਕ ਪਾਤਸ਼ਾਹ 10ਵੇਂ ਜਾਮੇ ਦੇ ਵਿੱਚ ਕਹਿੰਦੇ ਨੇ ਕਿ ਮਾਨਸ ਕੀ ਜਾਤ ਸਭੇ ਏਕ ਕੇ ਪਹਿਚਾਨਬੋ। ਤਾਂ ਅਗਰ ਉਸ ਫਲਸਫੇ ਨੂੰ ਲੋਕਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਰੱਖਿਆ ਹੁੰਦਾ ਤਾਂ ਜੋ ਪਲਸਤੀਨ, ਇਜ਼ਰਾਈਲ, ਸੀਰੀਆ ਜਾਂ ਜਿਹੜੇ ਵੀ ਵਾਰਫੇਅਰ ਵਾਲੇ ਏਰੀਆਜ਼ ਨੇ ਜਿੱਥੇ ਜਿੱਥੇ ਆਮ ਲੋਕ ਵਿਕਟਿਮ ਬਣਦੇ ਆ, ਕਿਆ ਉਹ ਬਣਦੇ? ਕਿਆ 1984 ਦੇ ਵਿੱਚ ਉਹ ਸਿੱਖਾਂ ਨਾਲ ਹੋਇਆ ਉਹ ਹੁੰਦਾ ਜੇ ਗੁਰਬਾਣੀ ਨੂੰ ਆਧਾਰ ਬਣਾਇਆ ਹੁੰਦਾ? ਅਗਰ ਅਸੀਂ ਗੁਰਬਾਣੀ ਦਾ ਪ੍ਰਚਾਰ ਵਰਲਡ ਲੈਵਲ ਦੇ ਵਿੱਚ ਕੀਤਾ ਹੁੰਦਾ ਤਾਂ ਕਿਹੜੀਆਂ ਮੁਸ਼ਕਿਲਾਂ ਜੋ ਅੱਜ ਮਾਨਵਤਾ ਨੂੰ ਦੇਖਣੀਆਂ ਪੈ ਰਹੀਆਂ ਉਹ ਨਹੀਂ ਸੀ ਦੇਖਣੀਆਂ ਪੈਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਦਾਰੇ ਖਾਲਸਾ ਦੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਮੈਂ ਕਿਰਨਪ੍ਰੀਤ ਕੌਰ ਆਪ ਸਭ ਦਾ ਬਹੁਤ ਸਵਾਗਤ ਕਰਦੀ ਹਾਂ ਜੀ। ਜਿਹੜਾ ਅੱਜ ਦਾ ਐਪੀਸੋਡ ਹੈ, ਆਪਾਂ ਪਿਛਲੀ ਵਾਰੀ ਗੱਲ ਕੀਤੀ ਸੀਗੀ ਕਿ ਇਹ ਐਪੀਸੋਡ ਕੁਐਸਚਨ ਆਨਸਰਸ ਦੇ ਉੱਪਰ ਚੱਲੂਗਾ, ਕਿਉਂਕਿ ਆਪਾਂ ਕੁਝ ਸਮੇਂ ਤੋਂ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਕਾਲ ਦੇ ਵਿੱਚੋਂ ਐਗਜ਼ਾਮਪਲਸ ਲੈ ਕੇ ਔਰ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਸੀਗੇ ਕਿ ਉਹਨਾਂ ਨੇ ਸਿੱਖ ਧਰਮ ਨੂੰ ਨਿਯਮਬੰਧ ਜਿਹੜਾ ਹੈ ਉਹ ਕਿਵੇਂ ਕੀਤਾ, ਕਿਵੇਂ ਉਹਨਾਂ ਨੇ ਸਾਡੇ ਐਡਿਕਟਸ ਦਿੱਤੇ ਨੇ। ਮੈਨੂੰ ਕਿਸੇ ਦਾ ਈਮੇਲ ਆਇਆ ਸੀ, ਉਹਨਾਂ ਨੇ ਕਿਹਾ ਸੀ ਕੋਡ ਆਫ ਕੰਡਕਟ ਨਾ ਕਿਹਾ ਕਰੋ, ਐਡਿਕਟਸ ਕਿਹਾ ਕਰੋ। ਔਰ ਮੈਨੂੰ ਲੱਗਦਾ ਕਿ ਇਹ ਗੱਲ ਕਾਫੀ ਇੰਪੋਰਟੈਂਟ ਵੀ ਹੈਗੀ ਆ ਕਿ ਅਸੀਂ ਵਾਕਈ ਜੋ ਕਿਸੇ ਨੇ ਕਿਹਾ ਹੁੰਦਾ ਉਹੀ ਦੇਖ ਸਵੇਖੀ ਕਹੀ ਜਾਂਦੇ ਹਾਂ, ਬਟ ਇਹ ਕੋਡ ਆਫ ਕੰਡਕਟਸ ਨਹੀਂ, ਐਡਿਕਟਸ ਸਾਨੂੰ ਜਿਹੜੇ ਮਿਲੇ ਨੇ। ਔਰ ਅਸੀਂ ਉਹਨਾਂ ਐਡਿਕਟਸ ਦੇ ਉੱਤੇ ਆਪਣੇ ਜੀਵਨ ਕਾਲ ਨੂੰ ਕਿੱਦਾਂ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਕਿੱਦਾਂ ਉਹਨਾਂ ਰੂਲਸ ਨੂੰ ਫੋਲੋ ਕਰਨਾ, ਔਰ ਫਿਰ ਅਸੀਂ ਸਿੱਖੀ ਦੇ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਦੇ ਧਾਰਨੀ ਹੋਵਾਂਗੇ, ਇਸ ਗੱਲ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਪਿਛਲੇ ਕੁਝ ਐਪੀਸੋਡਸ ਦੇ ਵਿੱਚ ਕਰ ਰਹੇ ਸੀਗੇ। ਅੱਜ ਵਾਲਾ ਐਪੀਸੋਡ ਜਿਹੜਾ ਹੈ ਉਹ ਕੁਐਸਚਨ ਆਨਸਰਸ ਦੇ ਉੱਤੇ ਰੱਖਣਾ, ਕਿਉਂਕਿ ਬਹੁਤ ਸਾਰੇ ਜਿਹੜੇ ਸਵਾਲ ਨੇ ਉਹ ਇਕੱਠੇ ਹੋ ਗਏ ਔਰ ਮੈਨੂੰ ਲੱਗਦਾ ਕਿ ਜਵਾਬ ਅਗਰ ਥੋੜ੍ਹਾ ਟਾਈਮ ਹੋਰ ਨਾ ਦਊਂਗੀ ਤਾਂ ਫਿਰ ਹੋਰ ਇਕੱਠੇ ਹੋ ਜਾਣਗੇ, ਫਿਰ ਥੋੜ੍ਹਾ ਮੁਸ਼ਕਿਲ ਹੋ ਜਾਂਦੀ ਹੈ। ਇਸ ਕਰਕੇ ਅਗਲਾ ਐਪੀਸੋਡ ਪ੍ਰੋਬੇਬਲੀ ਅਸੀਂ ਫਿਰ ਉੱਥੋਂ ਹੀ ਸ਼ੁਰੂ ਕਰਾਂਗੇ ਜਿੱਥੇ ਆਪਾਂ ਗੁਰੂ ਨਾਨਕ ਪਾਤਸ਼ਾਹ ਦੀ ਗੱਲ ਨੂੰ ਹਜੇ ਆਪਾਂ ਵਿਰਾਮ ਦਿੱਤਾ ਸੀਗਾ ਕਿ ਇੱਥੋਂ ਤੱਕ ਆਪਾਂ ਸਮਝ ਲਈਏ। ਅਗਲੇ ਵਾਰੀ ਤੋਂ ਫਿਰ ਉਹਨਾਂ ਦੇ ਜੀਵਨ ਕਾਲ ਦੇ ਵਿੱਚੋਂ ਕੋਈ ਹੋਰ ਐਗਜ਼ਾਮਪਲ ਲੈ ਕੇ ਤਾਂ ਫਿਰ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਅਗਲੇ ਰੂਲਸ ਜਿਹੜੇ ਸਿੱਖਾਂ ਲਈ ਬਣੇ ਹੋਏ ਨੇ ਉਹ ਕੀ ਨੇ। ਜਿਹੜੇ ਤੁਹਾਡੀਆਂ ਮੈਨੂੰ ਈਮੇਲਸ ਆਉਂਦੀਆਂ ਨੇ ਉਹਨਾਂ ਵਿੱਚ ਜਿਹੜੇ ਤੁਸੀਂ ਮੈਨੂੰ ਕੁਐਸਚਨ ਪੁੱਛਦੇ ਆ, ਕਈ ਕੁਐਸਚਨ ਐਸੇ ਹੁੰਦੇ ਆ ਕਿ ਜਿਹੜੇ ਮੈਨੂੰ ਵੀ ਕਈ ਵਾਰੀ ਇਸ ਗੱਲ ਦੇ ਵਿੱਚ ਲੈ ਜਾਂਦੇ ਆ ਕਿ ਮੈਨੂੰ ਸ਼ਾਇਦ ਦੁਬਾਰਾ ਸੋਚਣਾ ਪਊਗਾ, ਸਮਝਣਾ ਪਊਗਾ ਕਿ ਜੋ ਮੈਂ ਸੋਚ ਰਹੀ ਸੀ ਕਿਆ ਉਹ ਸਹੀ ਸੀ, ਜਿਸ ਤਰੀਕੇ ਨਾਲ ਮੈਂ ਇੰਟਰਪ੍ਰੇਟ ਕਰ ਰਹੀ ਸੀ ਉਹ ਸਹੀ ਸੀ। ਫਿਰ ਮੈਨੂੰ ਮਸਕੀਨ ਸਾਹਿਬ ਦੀ ਇੱਕ ਗੱਲ ਯਾਦ ਆਉਂਦੀ ਆ। ਮਸਕੀਨ ਸਾਹਿਬ ਕਹਿੰਦੇ ਨੇ ਕਿ ਮੈਂ ਜਦੋਂ ਜਪਜੀ ਸਾਹਿਬ ਪਹਿਲੀ ਵਾਰੀ ਪੜ੍ਹਿਆ ਤਾਂ ਮੈਨੂੰ ਲੱਗਾ ਕਿ ਮੈਂ ਬਹੁਤ ਚੰਗੀ ਤਰ੍ਹਾਂ ਸਮਝ ਲਿਆ। ਜਦੋਂ ਮੈਂ ਦੂਸਰੀ ਵਾਰੀ ਵਿਆਖਿਆ ਕਰਨ ਲੱਗਾ ਤਾਂ ਮੈਨੂੰ ਲੱਗਾ ਕਿ ਹਜੇ ਵੀ ਸਮਝਣਾ ਬਾਕੀ ਆ, ਤੀਸਰੀ ਵਾਰੀ ਹੋਰ, ਚੌਥੀ ਵਾਰੀ ਹੋਰ। ਔਰ ਕਹਿੰਦੇ ਕਿ ਜਦੋਂ ਮੈਂ ਇੱਕ ਸਮੇਂ ਦੇ ਉੱਤੇ ਆ ਕੇ ਫਿਰ ਮੈਨੂੰ ਸਮਝ ਲੱਗੀ ਕਿ ਨਹੀਂ, ਇਹ ਬਹੁਤ ਵਿਸ਼ਾਲ ਸਮੁੰਦਰ ਆ, ਇਹਦੇ ਵਿੱਚੋਂ ਆਪਾਂ ਸਿੱਪੀਆਂ ਸਾਈਡ ਤੋਂ ਇਕੱਠੀਆਂ ਕਰ ਲਈਏ ਤਾਂ ਬਹੁਤ ਆ, ਵਿੱਚ ਤਾਰੀ ਲਾ ਕੇ ਔਰ ਸਮੁੰਦਰ ਦੀ ਤਲੇ ਨੂੰ ਹੱਥ ਲਾ ਕੇ ਆਉਣਾ
ਬਹੁਤ ਔਖਾ ਕੰਮ ਆ। ਇਹੀ ਗੱਲ ਮੈਂ ਹਰ ਵਾਰੀ ਆਪਣੇ ਪ੍ਰੋਗਰਾਮ ਦੇ ਵਿੱਚ ਇੱਕ ਡਿਸਕਲੇਮਰ ਵਾਂਗੂ ਬੋਲਦੀ ਹੁੰਦੀ ਹਾਂ ਕਿ ਜੋ ਕੁਛ ਵੀ ਮੈਂ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਦੀ ਹਾਂ, ਉਹ ਜਿੰਨੀ ਕੁ ਮੇਰੀ ਮੱਤ ਹੈ ਉਹਦੇ ਹਿਸਾਬ ਨਾਲ ਮੈਂ ਸਾਂਝੇ ਕਰਦੀ ਹਾਂ। ਹੋ ਸਕਦਾ ਮੈਂ ਪੂਰੀ ਤਰ੍ਹਾਂ ਨਾਲ ਗਲਤ ਹੋਵਾਂ, ਜਾਂ ਹੋ ਸਕਦਾ ਕਿ ਤੁਹਾਨੂੰ ਲੱਗੇ ਕਿ ਨਹੀਂ, ਇਹ ਇਸ ਤਰੀਕੇ ਨਾਲ ਨਹੀਂ, ਇਹਨੂੰ ਇਸ ਤਰੀਕੇ ਨਾਲ ਜ਼ਿਆਦਾ ਬੈਟਰ ਸਮਝਿਆ ਜਾ ਸਕਦਾ। ਤਾਂ ਤੁਸੀਂ ਹਮੇਸ਼ਾ ਆਪਣੇ ਜਿਹੜੇ ਆਈਡੀਆਜ਼ ਨੇ, ਜਾਂ ਤੁਹਾਡੇ ਵਿਊਜ਼ ਨੇ, ਜਾਂ ਸਵਾਲ ਨੇ, ਉਹ ਤੁਸੀਂ ਮੈਨੂੰ ਲਿਖ ਕੇ ਕਿਰਦਾਰੇ ਖਾਲਸਾ @akalchannel.tv ਦੇ ਉੱਤੇ ਜ਼ਰੂਰ ਤੁਸੀਂ ਮੈਨੂੰ ਆਪਣੇ ਲਿਖ ਕੇ ਭੇਜਿਆ ਕਰੋ, ਈਮੇਲਸ ਲਿਖ ਕੇ ਭੇਜਿਆ ਕਰੋ, ਕਿਉਂਕਿ ਤੁਹਾਡੀ ਇਕੱਲੀ ਈਮੇਲ ਜਿਹੜੀ ਆ ਉਹ ਮੇਰੇ ਲਈ ਇੱਕ ਟੌਨਿਕ ਦਾ ਕੰਮ ਕਰਦੀ ਆ। ਅਗਰ ਉਹ ਈਮੇਲ ਸ਼ਾਬਾਸ਼ ਵਾਲੀ ਹੈ ਤਾਂ ਮੈਨੂੰ ਇੱਕ ਉਤਸ਼ਾਹ ਮਿਲਦਾ ਕਿ ਚਲੋ ਸਹੀ ਡਾਇਰੈਕਸ਼ਨ ਵੱਲ ਜਾ ਰਹੇ ਹਾਂ ਸ਼ਾਇਦ। ਅਗਰ ਉਹਦੇ ਵਿੱਚ ਕੋਈ ਕ੍ਰਿਟਿਸਿਜ਼ਮ ਹੁੰਦਾ ਤਾਂ ਮੈਂ ਉਸ ਕ੍ਰਿਟਿਸਿਜ਼ਮ ਨੂੰ ਬੜਾ ਕੰਸਟਰਕਟਿਵਲੀ ਲੈਂਦੀ ਹਾਂ, ਕਿ ਅਗਰ ਕਿਸੇ ਨੇ ਇਹ ਵੀ ਕਿਹਾ ਨਾ ਕਿ ਬੀਬੀ ਤੇਰੇ ਪੱਲੇ ਕੱਖ ਨਹੀਂ, ਤੈਨੂੰ ਕੁਛ ਨਹੀਂ ਆਉਂਦਾ, ਮੈਂ ਤਦ ਵੀ ਮੈਨੂੰ ਲੱਗਦਾ ਹੁੰਦਾ ਕਿ ਚਲੋ ਕੋਈ ਨਾ, ਹੈ ਨਾ, ਕਿਉਂਕਿ ਖਾਲੀ ਭਾਂਡੇ ਨੂੰ ਪਤਾ ਲੱਗ ਜੇ ਕਿ ਮੈਂ ਖਾਲੀ ਹਾਂ ਤਾਂ ਉਹਦੇ ਵਿੱਚ ਭਰਨ ਦੀ ਜਿਹੜੀ ਸ਼ਮਤਾ ਨਾ ਉਹ ਪੈਦਾ ਹੋ ਜਾਂਦੀ ਆ। ਅਤੇ ਜੇ ਉਹ ਪਹਿਲਾਂ ਹੀ ਲੱਗੀ ਜਾਵੇ ਕਿ ਮੈਂ ਬਹੁਤ ਭਰਿਆ ਹੋਇਆ ਤਾਂ ਫਿਰ ਔਖਾ, ਫਿਰ ਡੁੱਲ ਜਾਂਦਾ ਹੁੰਦਾ। ਤਾਂ ਇਸ ਕਰਕੇ ਤੁਹਾਡੀ ਹਰ ਇੱਕ ਈਮੇਲ, ਤੁਹਾਨੂੰ ਚੰਗਾ ਪ੍ਰੋਗਰਾਮ ਲੱਗ ਰਿਹਾ, ਬੁਰਾ ਲੱਗ ਰਿਹਾ, ਤੁਹਾਡੇ ਸਵਾਲ ਆ ਰਹੇ ਨੇ, ਸਵਾਲਾਂ ਦੇ ਜਵਾਬ ਮਿਲ ਰਹੇ ਨੇ, ਨਹੀਂ ਮਿਲ ਰਹੇ, ਹਰ ਇੱਕ ਤਰ੍ਹਾਂ ਦੀ ਈਮੇਲ ਜਿਹੜੀ ਉਹ ਮੇਰੇ ਲਈ ਬਹੁਤ ਇੰਪੋਰਟੈਂਟ ਆ। ਸੋ ਜ਼ਰੂਰ ਮੈਨੂੰ ਲਿਖ ਕੇ ਜਿਹੜਾ ਉਹ ਭੇਜਿਆ ਕਰੋ ਤੁਹਾਡੇ ਜੋ ਵੀ ਆਈਡੀਆਜ਼ ਨੇ। ਬਹੁਤ ਲੰਬਾ ਸਮਾਂ ਵੀ ਨਾ ਲੱਗੇ, ਥੋੜ੍ਹਾ ਜਿਹਾ ਟਾਈਮ ਵੀ ਕੱਢ ਕੇ ਅਗਰ ਲਿਖੋਗੇ ਤਾਂ ਮੇਰੇ ਲਈ ਬਹੁਤ ਇੰਪੋਰਟੈਂਟ ਹੈ। ਖੈਰ, ਆਪਾਂ ਪਹਿਲੇ ਸਵਾਲ ਵੱਲ ਆਉਂਦੇ ਹਾਂ। ਤਾਂ ਇਹ ਸਵਾਲ ਇੰਦਰਜੀਤ ਸਿੰਘ ਲਾਲੀ ਹੁਣਾਂ ਨੇ ਲਿਖਿਆ। ਉਹਨਾਂ ਨੇ 2 ਸਵਾਲ ਪਾਏ ਸੀ, ਦੋਨਾਂ ਨੂੰ ਹੀ ਮੈਂ 1 by 1 ਟੈਕਲ ਕਰੂੰਗੀ। ਉਹ ਲਿਖਦੇ ਨੇ, ਆਈ ਐਮ ਰਾਈਟਿੰਗ ਟੂ ਯੂ ਟੂ ਆਸਕ ਅ ਕੁਐਸਚਨ ਰਿਗਾਰਡਿੰਗ ਸਿੱਖਿਜ਼ਮ ਐਂਡ ਗੁਰਬਾਣੀ। My question to you is that many religions all over the world proclaim that their religious scriptures are true and are the words of God Almighty. For example, the Holy Quran, Bible, Vedas, and all are said to be the words and commands of our Creator. Can you provide evidence that Guru Granth Sahib is the absolute truth? Can you make your presentation on the facts of Gurbani using the scriptures in the light of modern science with references, so that the general public watching your program can be inspired and accept the Sikh religion in full faith and knowledge? ਸਵਾਲ ਪੰਜਾਬੀ 'ਚ ਮੈਂ ਟਰਾਂਸਲੇਟ ਕਰ ਦਿੰਦੀ ਹਾਂ। ਉਹਨਾਂ ਨੇ ਕਿਹਾ ਕਿ ਜਿਹੜੇ ਹਰ ਇੱਕ ਤਰ੍ਹਾਂ ਦਾ ਜਿਹੜਾ ਕੋਈ ਵੀ ਰਿਲੀਜਨ ਹੈ, ਕੋਈ ਵੀ ਧਰਮ ਹੈ, ਜਿਹੜੇ ਉਹਨਾਂ ਦੇ ਧਾਰਮਿਕ ਗ੍ਰੰਥ ਹੈ, ਸਾਰੇ ਕਹਿੰਦੇ ਆ ਕਿ ਸਾਡੇ ਧਾਰਮਿਕ ਗ੍ਰੰਥ ਜਿਹੜੇ ਆ ਉਹ ਪਰਮਾਤਮਾ ਦੇ ਹੀ ਵਰਡਸ ਨੇ। ਤਾਂ ਕਿਆ ਮੈਂ ਕਿਸੇ ਵੀ ਤਰੀਕੇ ਨਾਲ ਕੋਈ ਇੱਕ ਐਸੀ ਪ੍ਰੈਜੈਂਟੇਸ਼ਨ ਬਣਾ ਸਕਦੀ ਹਾਂ ਗੁਰਬਾਣੀ ਦੇ ਹਵਾਲੇ ਲੈ ਕੇ, ਸੋ ਦੈਟ ਕਿ ਆਮ ਲੋਕਾਂ ਤੱਕ ਇਹ ਗੱਲ ਪਹੁੰਚਾਈ ਜਾ ਸਕੇ ਕਿ ਗੁਰੂ ਗ੍ਰੰਥ ਸਾਹਿਬ ਜਿਹੜੇ ਨੇ ਉਹ ਐਬਸੋਲਿਊਟ ਟਰੁੱਥ ਨੇ। ਤਾਂ ਜਾਂ ਮੈਂ ਇਹ ਪ੍ਰੂਵ ਕਰ ਸਕਦੀ ਹਾਂ ਕਿ ਗੁਰੂ ਗ੍ਰੰਥ ਸਾਹਿਬ ਜਿਹੜੇ ਉਹ ਐਬਸੋਲਿਊਟ ਟਰੁੱਥ ਹੈ। ਸੋ ਇੰਦਰਜੀਤ ਸਿੰਘ ਲਾਲੀ ਜੀ, ਪਹਿਲਾਂ ਤਾਂ ਤੁਹਾਡੇ ਕੁਐਸਚਨ ਲਈ ਬਹੁਤ ਸ਼ੁਕਰੀਆ। ਦੂਜੀ ਗੱਲ, ਜਿੱਥੋਂ ਤੱਕ ਤਾਂ ਗੱਲ ਆਉਂਦੀ ਹੈ ਨਾ ਕਿ ਆਪਾਂ ਹਰ ਕੋਈ ਕਹਿੰਦਾ ਕਿ ਮੇਰਾ ਜਿਹੜਾ ਸਕ੍ਰਿਪਚਰ ਆ ਉਹ ਐਬਸੋਲਿਊਟ ਟਰੁੱਥ ਆ, ਤਾਂ ਕਿਉਂਕਿ ਹਰ ਕਿਸੇ ਨੂੰ ਇਸ ਤਰੀਕੇ ਨਾਲ ਕੰਡੀਸ਼ਨ ਕੀਤਾ ਜਾਂਦਾ। ਕਿਉਂਕਿ ਜਦੋਂ ਅਸੀਂ ਪੈਦਾ ਹੁੰਦੇ ਹਾਂ ਤਾਂ ਜੇ ਕੋਈ ਹਿੰਦੂ ਘਰਾਣੇ 'ਚ ਪੈਦਾ ਹੋਇਆ, ਜਾਂ ਕੋਈ ਮੁਸਲਮਾਨ, ਜਾਂ ਕੋਈ ਕ੍ਰਿਸਚੀਅਨ, ਜਾਂ ਕੋਈ ਸਿੱਖ, ਤਾਂ ਉਸਨੂੰ ਅਗਰ ਉਹ ਠੀਕ ਠਾਕ ਰਿਲੀਜੀਅਸ ਫੈਮਿਲੀ 'ਚ ਪੈਦਾ ਹੋਇਆ ਤਾਂ ਉਸਨੂੰ ਇਹ ਸਮਝਾਇਆ ਜਾਂਦਾ ਕਿ ਤੇਰੀ ਜਿਹੜੀ ਸਕ੍ਰਿਪਚਰ ਆ ਉਹ ਬੈਸਟ ਆ। ਤਾਂ ਇਸ ਕਰਕੇ ਇਹ ਗੱਲ ਦਾ ਆਉਣਾ ਸੁਭਾਵਿਕ ਹੈ, ਲਾਜ਼ਮੀ ਹੈ, ਹਰ ਕੋਈ ਬੰਦਾ ਸੋਚੂਗਾ। ਪਰ ਸਾਡਾ ਦਿਮਾਗ ਜਾਂ ਸਾਡੀ ਜਿਹੜੀ ਰੈਸ਼ਨਲ ਥਿੰਕਿੰਗ ਆ ਉਹ ਕਿੱਥੇ ਆਉਂਦੀ ਆ? ਅਸੀਂ ਆਪਣੇ ਅਕੋਰਡਿੰਗ ਨਾ ਚੈੱਕ ਕਰਨਾ ਹੁੰਦਾ ਆ। ਹੁਣ ਇੱਥੇ ਤੱਕ ਜਾਣ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇਹ ਗੱਲ ਕਰੂੰਗੀ ਕਿ ਜਿਹੜਾ ਤੁਸੀਂ ਪੁੱਛਿਆ ਐਬਸੋਲਿਊਟ ਟਰੁੱਥ, ਕਿ ਕਿਆ ਮੈਂ ਪ੍ਰੂਵ ਕਰ ਸਕਦੀ ਹਾਂ ਕਿ ਗੁਰੂ ਗ੍ਰੰਥ ਸਾਹਿਬ ਜਿਹੜੇ ਨੇ ਉਹ ਐਬਸੋਲਿਊਟ ਟਰੁੱਥ ਹੈ। ਤਾਂ ਇਹਦੇ ਵਾਸਤੇ ਸਭ ਤੋਂ ਪਹਿਲਾਂ ਸਾਨੂੰ ਡਿਫਾਈਨ ਕਰਨਾ ਪਊਗਾ ਕਿ ਟਰੁੱਥ ਹੁੰਦਾ ਕੀ ਆ। ਟਰੁੱਥ ਬਹੁਤ ਇੱਕ ਸਬਜੈਕਟਿਵ ਟਰਮ ਹੈ। ਟਰੁੱਥ ਓਬਜੈਕਟਿਵ ਕਦੀ ਨਹੀਂ ਹੁੰਦਾ। ਜਿਹੜਾ ਆਪਾਂ ਕਹਿੰਦੇ ਨਾ ਇਹ ਸੱਚ ਆ, ਮੇਰਾ ਸੱਚ ਕੁਛ ਹੋਰ ਹੋ ਸਕਦਾ, ਤੁਹਾਡਾ ਸੱਚ ਕੁਛ ਹੋਰ ਹੋ ਸਕਦਾ, ਕਿਸੇ ਹੋਰ ਦਾ ਸੱਚ ਕੁਛ ਹੋਰ ਹੋ ਸਕਦਾ। ਹੁਣ ਇਹਦੀ ਅਗਰ ਆਪਾਂ ਇਗਜ਼ਾਮਪਲ ਲੈਣੀ ਹੋਵੇ ਤਾਂ ਆਪਾਂ ਇੱਕ ਸਕ੍ਰਿਪਚਰ ਦੀ ਹੀ ਗੱਲ ਕਰ ਲਈਏ, ਜਾਂ ਕਿਸੇ ਵੀ ਚੀਜ਼ ਦੀ, ਲਿਖੀ ਹੋਈ ਚੀਜ਼ ਦੀ ਗੱਲ ਕਰ ਲਈਏ। ਮੰਨ ਲਓ ਕਿ ਇੱਕ ਸੈਂਟੈਂਸ ਆ, ਉਹ ਮੈਂ ਪੜ੍ਹਿਆ, ਮੈਨੂੰ ਉਹ ਸਮਝ ਲੱਗਾ ਕਿ ਮੰਨ ਲਓ ਇੱਕ ਸੈਂਟੈਂਸ ਬੜਾ ਇੰਪੋਰਟੈਂਟ, ਬੜਾ ਕਾਮਨ ਸੈਂਟੈਂਸ ਹੈ, ਰੋਕੋ ਨਾ ਕੌਮਾ ਜਾਣ ਦਿਓ। ਤੁਹਾਡੇ ਕੋਲ ਜਿਹੜਾ ਉਹ ਆਇਆ ਉਹਦੇ ਵਿੱਚ ਉਹ ਕੌਮਾ ਨਹੀਂ ਆਇਆ, ਅਤੇ ਉਹ ਆ ਗਿਆ ਰੋਕੋ। ਮੈਂ ਗਲਤੀ ਨਾਲ ਰੋਕੋ ਕੌਮਾ ਨਾ ਜਾਣ ਦਿਓ ਲਿਖ ਕੇ ਭੇਜ ਦਿੱਤਾ। ਹੁਣ ਜਦੋਂ ਤੁਸੀਂ ਕਹੋਗੇ ਕਿ ਆਹ ਆਇਆ ਸੀ ਮੇਰੇ ਕੋਲ ਰੋਕੋ ਨਾ ਜਾਣ ਦਿਓ, ਅਤੇ ਮੈਨੂੰ ਸੀਗਾ ਰੋਕੋ ਨਾ ਜਾਣ ਦਿਓ, ਹੈ ਤਾਂ ਵਰਡ ਸੇਮ ਨੇ,
ਪਰ ਦੋਨਾਂ ਦਾ ਜਿਹੜਾ ਸੱਚ ਹੈ ਉਹ ਥੋੜ੍ਹਾ ਜਿਹਾ ਡਿਫਰੈਂਟ ਹੋ ਗਿਆ, ਕਿਉਂਕਿ ਸਾਡੇ ਦੋਵਾਂ ਦੀ ਜਿਹੜੀ ਇੰਟਰਪ੍ਰੀਟੇਸ਼ਨ ਆ ਉਹ ਪੰਕਚੁਏਸ਼ਨ ਮਾਰਕ ਨੇ ਚੇਂਜ ਕਰ ਦਿੱਤੀ ਹੈ ਨਾ। ਤਾਂ ਇਸ ਕਰਕੇ ਇੱਕ ਛੋਟਾ ਜਿਹਾ ਪੰਕਚੁਏਸ਼ਨ ਮਾਰਕ ਜਿਹੜਾ ਨਾ ਉਹ ਵੀ ਪੂਰਾ ਦਾ ਪੂਰਾ ਸੈਂਟੈਂਸ ਦਾ ਜਿਹੜੀ ਡੈਫੀਨੇਸ਼ਨ ਆ ਉਹਨੂੰ ਹੀ ਬਦਲ ਕੇ ਮੀਨਿੰਗ ਨੂੰ ਹੀ ਬਦਲ ਕੇ ਰੱਖ ਦਿੰਦਾ। ਤਾਂ ਹੁਣ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਜੋ ਇੰਟਰਪ੍ਰੇਟ ਮੈਂ ਕੀਤਾ ਉਹ ਸੱਚ ਸੀ, ਜੋ ਤੁਸੀਂ ਇੰਟਰਪ੍ਰੇਟ ਕੀਤਾ ਉਹ ਝੂਠ ਸੀ। ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਜੋ ਤੁਸੀਂ ਕੀਤਾ ਉਹ ਸੱਚ ਸੀ, ਜੋ ਮੈਂ ਕੀਤਾ ਉਹ ਝੂਠ ਸੀ। ਸਾਡੇ ਦੋਨਾਂ ਦੇ ਹੀ ਜਿਹੜੀਆਂ ਇੰਟਰਪ੍ਰੀਟੇਸ਼ਨਸ ਨੂੰ ਆਪਣੀ ਆਪਣੀ ਥਾਂ 'ਤੇ ਸਹੀ ਨੇ, ਸੱਚ ਨੇ। ਸਹੀ ਜਾਂ ਗਲਤ ਉਹ ਓਬਜੈਕਟਿਵ ਹੁੰਦਾ, ਸੱਚ ਜਾਂ ਝੂਠ ਜਿਹੜਾ ਉਹ ਹਮੇਸ਼ਾ ਸਬਜੈਕਟਿਵ ਹੁੰਦਾ। ਕਿਸੇ ਨੂੰ ਛੋਟੇ ਹੁੰਦਿਆਂ ਤੋਂ ਹੀ ਇਹ ਸਿਖਾਇਆ ਜਾਂਦਾ ਕਿ ਤੁਸੀਂ ਆਪਣੇ ਜਦੋਂ ਗੁਰਦੁਆਰਾ ਸਾਹਿਬ ਜਾਂਦੇ ਆ ਤਾਂ ਤੁਸੀਂ ਬਿਲਕੁਲ ਆਪਣਾ ਸਿਰ ਪ੍ਰੋਪਰ ਹੈ ਨਾ ਪਰਨਾ ਬੰਨ੍ਹ ਕੇ ਜਾਂ ਪੱਗ ਬੰਨ੍ਹ ਕੇ ਜਾਂ ਕਿਸੇ ਤਰੀਕੇ ਨਾਲ ਇੱਕ ਪ੍ਰੋਪਰ ਇੱਕ ਡਿਗਨੀਫਾਈਡ ਕੋਡ ਦੇ ਵਿੱਚ ਜਾਣਾ ਆ। ਤਾਂ ਕਿਸੇ ਨੂੰ ਇਹ ਸਿਖਾਇਆ ਜਾਂਦਾ ਵੀ ਕੋਈ ਗੱਲ ਨਹੀਂ, ਆਪਾਂ ਜਾਣਾ ਜਾ ਕੇ ਮੱਥਾ ਟੇਕ ਕੇ ਅਤੇ ਲੰਗਰ ਛਕ ਕੇ ਆ ਜਾਣਾ। ਉਹ ਉੱਥੋਂ ਬਾਹਰੋਂ ਰੁਮਾਲ ਲੈ ਕੇ ਵੀ ਬੰਨ੍ਹ ਲੈਂਦੇ ਆ। ਤਾਂ ਦੋਨਾਂ ਦੀ ਹੀ ਆਪਣੀ ਆਪਣੀ ਇੰਟਰਪ੍ਰੀਟੇਸ਼ਨ ਆ। ਹੁਣ ਦੋਵੇਂ ਜੇ ਆਪਾਂ ਸੱਚ ਦੀ ਗੱਲ ਕਰੀਏ ਤਾਂ ਦੋਵਾਂ ਦੇ ਵਿੱਚੋਂ ਕਿਸੇ ਨੂੰ ਵੀ ਸੱਚ ਜਾਂ ਝੂਠ ਦੇ ਪੈਮਾਨੇ 'ਤੇ ਨਹੀਂ ਦੇਖਿਆ ਜਾ ਸਕਦਾ। ਸੋ ਮੇਰਾ ਕਹਿਣ ਦਾ ਅਰਥ ਇਹ ਆ ਕਿ ਜਿਹੜਾ ਸੱਚ ਹੁੰਦਾ ਨਾ, ਜਦੋਂ ਆਪਾਂ ਕਹਿੰਦੇ ਟਰੁੱਥ, ਤਾਂ ਟਰੁੱਥ ਬੜਾ ਸਬਜੈਕਟਿਵ ਟਰਮ ਹੈ। ਹਰ ਇੱਕ ਬੰਦੇ ਦਾ ਸੱਚ ਡਿਫਰੈਂਟ ਹੈ, ਹਰ ਇੱਕ ਬੰਦੇ ਦਾ ਸੱਚ ਵੱਖਰਾ ਵੱਖਰਾ ਹੈ। ਪਰ ਜਿਹੜੀ ਗੱਲ ਆਊਗੀ ਸਹੀ ਜਾਂ ਗਲਤ, ਆਪਾਂ ਉੱਥੇ ਚੀਜ਼ਾਂ ਨੂੰ ਪਰਖ ਸਕਦੇ ਹਾਂ, ਆਪਾਂ ਇਹ ਦੇਖ ਸਕਦੇ ਹਾਂ। ਮੈਂ ਇਹ ਕਿਉਂਕਿ ਜਦੋਂ ਤੁਸੀਂ ਇੱਕ ਸਿੱਖ ਨੂੰ ਸਮਝਾਉਣਾ ਸ਼ੁਰੂ ਕਰੋਗੇ ਤਾਂ ਸਿੱਖ ਲਈ ਗੁਰੂ ਗ੍ਰੰਥ ਸਾਹਿਬ ਨੂੰ ਸੱਚ ਸਮਝਣਾ ਸਿਰਫ ਇੰਨਾ ਹੀ ਬਹੁਤ ਆ ਕਿ ਉਹਨਾਂ ਦੇ ਗੁਰੂ ਨੇ ਹੁਕਮ ਕੀਤਾ। ਗੁਰੂ ਮਹਾਰਾਜ ਕਹਿੰਦੇ ਨੇ, ਬਾਣੀ ਵੱਜੀ ਚਹੋ ਜੁਗੀ ਸੱਚੋ ਸੱਚ ਸੁਣਾਈ। ਹੁਣ ਗੁਰੂ ਮਹਾਰਾਜ ਕਹਿੰਦੇ ਨੇ ਕਿ ਬਾਣੀ ਜਿਹੜੀ ਆ ਉਹ ਚੌਹਾਂ ਯੁਗਾਂ ਦੇ ਵਿੱਚ ਵੱਜੀ ਔਰ ਉਹ ਸੱਚੋ ਸੱਚ ਹੈ ਨਾ। ਹੁਣ ਜਦੋਂ ਗੁਰੂ ਮਹਾਰਾਜ ਨੇ ਕਹਿ ਤਾ ਕਿ ਬਾਣੀ ਸੱਚ ਹੈ, ਤਾਂ ਫਿਰ ਇੱਕ ਜਿਹੜਾ ਸਿੱਖ ਹੈ ਉਹਦੇ ਵਾਸਤੇ ਕਿਸੇ ਤਰੀਕੇ ਦੇ ਨਾਲ ਵੀ ਕੋਈ ਵੀ ਰੈਫਰੈਂਸ ਜਿਹੜੀ ਆ ਉਹ ਮੈਟਰ ਨਹੀਂ ਕਰਦੀ। ਗੁਰੂ ਪਾਤਸ਼ਾਹ ਨਾਲੋਂ, ਗੁਰੂ ਨਾਨਕ ਮਹਾਰਾਜ ਨਾਲੋਂ ਕੋਈ ਵੀ ਰੈਫਰੈਂਸ ਸਾਡੇ ਲਈ ਮੇਰੇ ਲਈ ਤਾਂ ਕਮ ਸੇ ਕਮ ਮੈਟਰ ਨਹੀਂ ਕਰਦੀ। ਅਗਰ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਨੇ ਕਿ ਆਹ ਸੱਚ ਹੈ ਤਾਂ ਉਹ ਸੱਚ ਹੈ। ਮੇਰੇ ਲਈ ਸਭ ਤੋਂ ਵੱਡੀ ਰੈਫਰੈਂਸ ਗੁਰੂ ਨਾਨਕ ਪਾਤਸ਼ਾਹ ਦਾ ਘਰ ਹੈ, ਗੁਰੂ ਮਹਾਰਾਜ ਦਾ ਦਰ ਹੈ। ਅਗਰ ਉਹ ਕਹਿ ਰਹੇ ਨੇ ਕਿ ਸੱਚ ਹੈ ਤਾਂ ਫਿਰ ਸੱਚ ਹੈ। ਹੁਣ ਇਹ ਗੱਲ ਹੋ ਗਈ ਸਿੱਖ ਦੀ। ਜਦੋਂ ਇੱਕ ਨੌਨ ਸਿੱਖ ਨੂੰ ਤੁਸੀਂ ਸਮਝਾਓਗੇ ਤਾਂ ਤੁਸੀਂ ਉਹਨੂੰ ਕਹੋਗੇ ਕਿ ਇਹ ਐਬਸੋਲਿਊਟ ਟਰੁੱਥ ਹੈ, ਐਬਸੋਲਿਊਟ ਸੱਚ ਹੈ, ਫਿਰ ਸਮਝਾਉਣਾ ਔਖਾ ਹੋ ਜਾਊਗਾ, ਕਿਉਂਕਿ ਫਿਰ ਉਹਦੀਆਂ ਆਪਣੀ ਕੁਛ ਆਈਡੀਆਜ਼ ਹੋਣਗੇ ਕਿ ਸੱਚ ਕੀ ਹੁੰਦਾ, ਝੂਠ ਕੀ ਹੁੰਦਾ। ਫਿਰ ਉਹਦੇ ਆਪਣੇ ਆਈਡੀਆਜ਼ ਹੋਣਗੇ। ਆਪਾਂ ਉਹਨਾਂ ਨੂੰ ਸਮਝਾ ਕਿੱਦਾਂ ਸਕਦੇ ਹਾਂ? ਆਪਾਂ ਉਹਨਾਂ ਨੂੰ ਸਮਝਾ ਸਕਦੇ ਹਾਂ ਸਹੀ ਅਤੇ ਗਲਤ ਦੇ ਪੈਮਾਨੇ ਦੇ ਉੱਤੇ। ਆਪਾਂ ਇਹ ਕਹਿ ਸਕਦੇ ਹਾਂ ਕਿ ਤੁਸੀਂ ਆਪਣੇ ਸਕ੍ਰਿਪਚਰ ਲੈ ਲਓ, ਗੁਰੂ ਗ੍ਰੰਥ ਸਾਹਿਬ ਦਾ ਹਵਾਲਾ ਅਸੀਂ ਲੈ ਲੈਂਦੇ ਹਾਂ। ਆਪਾਂ ਇਹ ਦੇਖਦੇ ਹਾਂ ਕਿ ਤੁਹਾਡੇ ਸਕ੍ਰਿਪਚਰਸ ਦੇ ਵਿੱਚ ਔਰਤ ਨੂੰ ਕਿਸ ਤਰੀਕੇ ਨਾਲ ਟਰੀਟ ਕੀਤਾ ਗਿਆ ਅਤੇ ਗੁਰੂ ਗ੍ਰੰਥ ਸਾਹਿਬ ਨੇ ਔਰਤ ਨੂੰ ਕਿਸ ਤਰੀਕੇ ਨਾਲ ਟਰੀਟ ਕੀਤਾ। ਦੋਨਾਂ ਦੇ ਵਿੱਚੋਂ ਵੇਖ ਕਰ ਲਓ ਕਿ ਸਹੀ ਕਿਹੜਾ ਹੈ ਨਾ। ਇੱਕ ਸਕ੍ਰਿਪਚਰ ਉਹ ਹੈ ਜਿਹੜਾ ਇਹ ਕਹਿ ਰਿਹਾ ਕਿ ਕਿਸੇ ਦੀ ਵੀ ਕੋਈ ਜਾਤ ਧਰਮ ਕੁਛ ਨਹੀਂ ਪੁੱਛਣਾ, ਉਹੀ ਜਾਤ ਉਹੀ ਧਰਮ ਹੈ ਜੋ ਤੁਹਾਡੇ ਜੈਸਾ ਤੁਸੀਂ ਕਰਮ ਕਮਾਉਂਦੇ ਹੋ। ਸਾ ਜਾਤ ਸਾ ਪਥ ਜਿਹੇ ਕਰਮ ਕਮਾਏ। ਉਹ ਇੱਕ ਸਕ੍ਰਿਪਚਰ ਇਹ ਕਹਿ ਰਿਹਾ, ਇੱਕ ਜਿਹੜੀ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ ਕਹਿ ਰਹੇ। ਕਿਸੇ ਦੇ ਸਕ੍ਰਿਪਚਰ ਦੇ ਵਿੱਚ ਲਿਖਿਆ ਕਿ ਅਗਰ ਤੁਸੀਂ ਔਰਤ ਹੋ ਤੁਹਾਡੇ ਨਾਲ ਐਵੇਂ ਦਾ ਬਿਹੇਵ ਹੋਣਾ ਹੋਊਗਾ। ਜੇ ਤੁਸੀਂ ਸਲੇਵ ਹੋ ਯਾਨੀ ਕਿ ਬੰਦੀ ਹੋ ਫਿਰ ਤੁਹਾਡੇ ਨਾਲ ਇੱਦਾਂ ਦਾ ਸਲੇਵ ਹੋਊਗਾ, ਇੱਦਾਂ ਦਾ ਤੁਹਾਡੇ ਨਾਲ ਬਿਹੇਵ ਹੋਊਗਾ। ਤਾਂ ਉਹ ਹੁਣ ਸਹੀ ਹੈ ਜਾਂ ਇਹ ਸਹੀ ਹੈ? ਇਹ ਦੋਨਾਂ ਨੂੰ ਆਪਾਂ ਸਹੀ ਜਾਂ ਗਲਤ ਦੇ ਪੈਮਾਨੇ ਉੱਤੇ ਨਾਪ ਸਕਦੇ ਹਾਂ। ਅਗਲੀ ਗੱਲ, ਸੋਸਾਇਟੀ ਦੇ ਵਿੱਚ ਤੁਸੀਂ ਕਿੱਦਾਂ ਰਹਿਣਾ, ਸੋਸਾਇਟੀ ਨੂੰ ਤੁਸੀਂ ਕਿੱਦਾਂ ਦੇਖਣਾ। ਉਹ ਦੋਨਾਂ ਸਕ੍ਰਿਪਚਰਸ ਨੂੰ ਤੁਸੀਂ ਕੰਪੈਰੀਜ਼ਨ ਕਰ ਲਓ, ਕਿਉਂਕਿ ਕੰਪੈਰੇਟਿਵ ਐਨਾਲਿਸਿਸ ਬੜਾ ਜ਼ਰੂਰੀ ਆ ਔਰ ਇਹ ਬਹੁਤ ਵਧੀਆ ਹੈ। ਇਹ ਕੁਐਸਚਨ ਬਹੁਤ ਵਧੀਆ। ਮੈਂ ਜੋ ਕਹਿ ਰਹੀ ਹਾਂ ਉਹ ਸਿਰਫ ਇੰਨਾ ਕੀ ਕਹਿ ਰਹੀ ਹਾਂ ਕਿ ਆਪਾਂ ਨੂੰ ਕਿਸੇ ਵੀ ਸਕ੍ਰਿਪਚਰ ਨੂੰ ਜਾਂ ਕਿਸੇ ਵੀ ਲਿਟਰੇਚਰ ਨੂੰ ਜਾਂ ਕਿਸੇ ਵੀ ਬੋਲੇ ਹੋਏ ਅੱਖਰਾਂ ਨੂੰ ਸੱਚ ਅਤੇ ਝੂਠ ਦੇ ਪੈਮਾਨੇ ਉੱਤੇ ਨਹੀਂ ਦੇਖਿਆ ਜਾ ਸਕਦਾ, ਕਿਉਂਕਿ ਹਰ ਇੱਕ ਬੰਦੇ ਦਾ ਆਪਣਾ ਆਪਣਾ ਸੱਚ ਹੈ। ਹਰ ਇੱਕ ਬੰਦੇ ਨੂੰ ਲੱਗਦਾ ਕਿ ਜੋ ਮੈਂ ਬੋਲ ਰਿਹਾ ਸਿਰਫ ਉਹੀ ਸੱਚ ਹੈ, ਸਾਹਮਣੇ ਵਾਲਾ ਜੋ ਬੋਲ ਰਿਹਾ ਉਹ ਝੂਠ ਹੈ। ਕਿਉਂਕਿ ਅਗਰ ਤਾਂ ਜੋ ਮੈਂ ਬੋਲ ਰਹੀ ਹਾਂ ਉਹੀ ਤੁਸੀਂ ਬੋਲ ਰਹੇ ਫਿਰ ਤਾਂ ਸਾਡੇ ਦੋਨਾਂ ਦਾ ਹੀ ਸੱਚ ਹੋ ਗਿਆ। ਅਤੇ ਜੇ ਮੈਂ ਕੁਛ ਬੋਲ ਰਹੀ ਹਾਂ ਤੁਸੀਂ ਕੁਛ ਹੋਰ ਬੋਲ ਰਹੇ ਹੋ ਤਾਂ ਮੈਂ ਕਹੂੰਗੀ ਕਿ ਮੇਰੇ ਵਾਲਾ ਸੱਚ ਹੈ, ਉਹਦੇ ਵਾਲਾ ਝੂਠ ਹੈ। ਤਾਂ ਇਸ ਕਰਕੇ ਆਪਾਂ ਸਕ੍ਰਿਪਚਰਸ ਨੂੰ ਸੱਚ ਝੂਠ ਦੇ ਪੈਮਾਨੇ 'ਤੇ ਨਹੀਂ ਦੇਖ ਸਕਦੇ, ਸਹੀ ਜਾਂ ਗਲਤ ਦੇ ਪੈਮਾਨੇ 'ਤੇ ਦੇਖ ਸਕਦੇ ਹਾਂ। ਅਗਲਾ ਹਿੱਸਾ ਜਿਹੜਾ ਤੁਹਾਡੇ ਸਵਾਲ ਦਾ ਉਹ ਇਹ ਆ ਕਿ ਕਿਆ ਮੈਂ ਕੋਈ ਐਸਾ ਪ੍ਰੈਜੈਂਟੇਸ਼ਨ ਤਿਆਰ ਕਰ ਸਕਦੀ ਹਾਂ ਜਿਹਦੇ ਵਿੱਚ ਮੈਂ ਸਿੱਖ ਸਕ੍ਰਿਪਚਰਸ ਨੂੰ ਜਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਸਾਇੰਸ ਦੇ ਆਧਾਰ ਦੇ ਉੱਤੇ ਦੇਖਾਂ।
ਮੈਂ ਸਾਇੰਸ ਨੂੰ ਗੁਰੂ ਗ੍ਰੰਥ ਸਾਹਿਬ ਦੇ ਆਧਾਰ ਦੇ ਉੱਤੇ ਤਾਂ ਦੇਖ ਸਕਦੀ ਹਾਂ, ਗੁਰੂ ਗ੍ਰੰਥ ਸਾਹਿਬ ਨੂੰ ਸਾਇੰਸ ਦੇ ਉੱਤੇ ਆਧਾਰ ਦੇ ਉੱਤੇ ਦੇਖਣਾ ਥੋੜ੍ਹਾ ਅਟਪਟਾ, ਮੇਰੇ ਲਈ ਥੋੜ੍ਹਾ ਅਟਪਟਾ। ਉਹ ਕਿੱਦਾਂ? ਜਦੋਂ ਆਪਾਂ ਇਕੱਲੀ ਸਾਇੰਸ ਦੀ ਗੱਲ ਕਰਾਂਗੇ ਨਾ, ਹੁਣ ਸਾਇੰਸ ਤਾਂ ਇਹ ਕਹਿੰਦੀ ਹੈ ਕਿ ਐਟਮ ਬੰਬ ਬਣਾਇਆ ਜਾ ਸਕਦਾ, ਔਰ ਐਟਮ ਬੰਬ ਅਗਰ ਬਣਿਆ ਤਾਂ ਫਿਰ ਉਹਨੂੰ ਤੁਸੀਂ ਕਿਤੇ ਮਾਰ ਵੀ ਸਕਦੇ ਹੋ, ਔਰ ਫਿਰ ਹਿਰੋਸ਼ੀਮਾ ਨਾਗਾਸਾਕੀ ਵਰਗੇ ਜਿਹੜੇ ਸਾਡੇ ਸਾਹਮਣੇ ਐਗਜ਼ਾਮਪਲਸ ਵੀ ਆ ਜਾਂਦੀਆਂ। ਸਾਇੰਸ ਕਹਿੰਦੀ ਆ ਕਿ ਗੈਸ ਚੈਂਬਰ ਬਣ ਸਕਦੇ ਆ, ਔਰ ਫਿਰ ਉਹਨਾਂ ਦਾ ਇਸਤੇਮਾਲ ਕਰਨਾ ਤੇ ਇਨਸਾਨ ਦੇ ਹੱਥ ਦੇ ਵਿੱਚ ਆ। ਤਾਂ ਇਕੱਲੀ ਜਿਹੜੀ ਨਿਰੋਲ ਸਾਇੰਸ ਆ ਨਾ, ਉਹ ਇਨਸਾਨ ਦੇ ਯੂਜ਼ ਦੇ ਵਿੱਚ ਆ ਕੇ ਉਹ ਕਿਸੇ ਤਰੀਕੇ ਦਾ ਵੀ ਰੂਪ ਲੈ ਸਕਦੀ ਹੈ, ਚੰਗਾ ਵੀ ਲੈ ਸਕਦੀ ਹੈ, ਮਾੜਾ ਵੀ ਲੈ ਸਕਦੀ ਹੈ। ਇਸ ਕਰਕੇ ਮੈਂ ਸਾਇੰਸ ਦੇ ਆਧਾਰ ਦੇ ਉੱਤੇ ਗੁਰਬਾਣੀ ਨੂੰ ਨਹੀਂ ਪਰਖੂੰਗੀ, ਜਾਂ ਮੈਂ ਗੁਰਬਾਣੀ ਨੂੰ ਸਾਇੰਸ ਦੀ ਰੈਫਰੈਂਸ ਲੈ ਕੇ ਨਹੀਂ ਦੇਖੂੰਗੀ। ਪਰ ਮੈਂ ਇਹ ਜ਼ਰੂਰ ਦੇਖੂੰਗੀ ਕਿ ਗੁਰਬਾਣੀ ਕਿਸ ਤਰ੍ਹਾਂ ਦੀ ਸਾਇੰਸ ਨੂੰ ਸਹੀ ਦੱਸਦੀ ਆ, ਕਿਸ ਤਰ੍ਹਾਂ ਦੀ ਸਾਇੰਸ ਨੂੰ ਗੁਰਬਾਣੀ ਕਹਿੰਦੀ ਆ ਕਿ ਇਹ ਸਾਇੰਸ ਹੈ ਤਾਂ ਠੀਕ ਹੈ। ਹੁਣ ਗੁਰਬਾਣੀ ਕਹਿੰਦੀ ਆ ਕਿ ਜੇ ਤੁਹਾਡੀ ਜੋ ਵੀ ਤੁਸੀਂ ਕਰ ਰਹੇ ਆ, ਜੇ ਉਹਦੇ ਨਾਲ ਕਿਸੇ ਨੂੰ ਕੋਈ ਪ੍ਰੋਬਲਮ ਜਾਂ ਪਰੇਸ਼ਾਨੀ ਦਿੰਦੇ ਆ ਤਾਂ ਉਹ ਤੁਹਾਡਾ ਕਰਮ ਗਲਤ ਆ, ਗੁਰਬਾਣੀ ਇਹ ਕਹਿੰਦੀ ਆ। ਤਾਂ ਮੈਂ ਉਸ ਗੁਰਬਾਣੀ ਦੇ ਆਧਾਰ ਦੇ ਉੱਤੇ, ਉਹਨਾਂ ਗੱਲਾਂ ਦੇ ਆਧਾਰ ਦੇ ਉੱਤੇ ਸਾਇੰਸ ਨੂੰ ਪਰਖੂੰਗੀ, ਔਰ ਇਸ ਆਧਾਰ 'ਤੇ ਮੈਂ ਕਹੂੰਗੀ ਐਟਮ ਬੰਬ ਬਣਾਉਣਾ ਗਲਤ ਸੀ, ਹੈ ਨਾ। ਤਾਂ ਇਹ ਸਾਨੂੰ ਦੇਖਣਾ ਪਊਗਾ ਕਿ ਸਾਡੀ ਪ੍ਰਾਇਰਟੀ ਕੀ ਆ। ਸਾਡੀ ਪ੍ਰਾਇਰਟੀ ਸਾਡੇ ਗੁਰੂ ਦਾ ਹੁਕਮ ਹੈ ਜਾਂ ਸਾਡੀ ਪ੍ਰਾਇਰਟੀ ਸਾਇੰਸ ਆ। ਜੇ ਤਾਂ ਸਾਡੀ ਪ੍ਰਾਇਰਟੀ ਸਿਰਫ ਸਾਇੰਸ ਹੈ ਤਾਂ ਫਿਰ ਤਾਂ ਆਪਾਂ ਆਪਣੇ ਆਪ ਨੂੰ ਦੇਖ ਲਈਏ ਕਿ ਅਸੀਂ ਕਿੱਥੇ ਖੜ੍ਹੇ ਹਾਂ। ਜੇ ਸਾਡੀ ਪ੍ਰਾਇਰਟੀ ਗੁਰੂ ਦਾ ਹੁਕਮ ਹੈ ਤਾਂ ਫਿਰ ਅਸੀਂ ਇਹ ਮੰਨ ਕੇ ਚੱਲੀਏ ਕਿ ਗੁਰੂ ਮਹਾਰਾਜ ਨੇ ਜਦੋਂ ਕਹਿ ਤਾ ਸੱਚ ਬਾਣੀ, ਸੱਚ ਮਨ, ਸੱਚੇ ਨਾਲ ਪਿਆਰ, ਜਦੋਂ ਇਹ ਗੱਲ ਕਹਿ ਤਾ ਕਿ ਸੱਚ ਬਾਣੀ ਹੈ ਨਾ, ਸੱਚ ਮਨ, ਸੱਚੇ ਨਾਲ ਪਿਆਰ, ਜਦੋਂ ਉਹਨਾਂ ਨੇ ਇਹ ਕਹਿ ਤਾ, ਫਿਰ ਸਾਨੂੰ ਅੱਗੇ ਸਵਾਲ ਕਿੰਤੂ ਪਰੰਤੂ ਕਰਨਾ ਸਿੱਖ ਦੇ ਲਈ ਤਾਂ ਸਹੀ ਨਹੀਂ ਆ। ਨੌਨ ਸਿੱਖ ਦੇ ਲਈ ਇਹ ਹੋ ਸਕਦਾ, ਜਾਂ ਇਹ ਵੀ ਕਹਿ ਸਕਦੇ ਹਾਂ ਕਿ ਬੀਇੰਗ ਅ ਸਿੱਖ, ਮੈਂ ਆਪਣੀ ਜਦੋਂ ਗੁਰੂ ਮਹਾਰਾਜ ਦੇ ਚਰਨਾਂ 'ਚ ਬੈਠਦੀ ਹਾਂ ਤਾਂ ਮੈਂ ਜਦੋਂ ਬਾਣੀ ਪੜ੍ਹਦੀ ਮੇਰੇ ਅੰਦਰ ਸਵਾਲ ਉੱਠਦੇ ਹੋਣਗੇ, ਪਰ ਫਿਰ ਮੈਂ ਇਸ ਗੱਲ ਦੇ ਉੱਤੇ ਭਰੋਸਾ ਵੀ ਰੱਖਾਂ ਕਿ ਮੇਰੇ ਸਵਾਲਾਂ ਦਾ ਜਵਾਬ ਗੁਰਬਾਣੀ ਮੈਨੂੰ ਆਪ ਦਊਗੀ। ਸੋ ਇੰਦਰਜੀਤ ਸਿੰਘ ਲਾਲੀ ਜੀ, ਜਿਹੜਾ ਤੁਹਾਡਾ ਸਵਾਲ ਹੈ, ਮੈਂ ਇਸ ਨੂੰ ਬਿਲਕੁਲ ਵੀ ਗਲਤ ਸਮਝਿਆ ਨਹੀਂ ਆ। ਮੈਨੂੰ ਪਤਾ ਤੁਸੀਂ ਕੀ ਕਹਿ ਰਹੇ ਹੋ, ਤੁਸੀਂ ਨੌਨ ਸਿੱਖ ਲਈ ਸ਼ਾਇਦ ਕਹਿ ਰਹੇ ਆ ਕਿ ਜਿਹੜੇ ਨੌਨ ਸਿੱਖ ਆ ਉਹ ਗੁਰਬਾਣੀ ਨੂੰ ਸਾਇੰਸ ਦੇ ਆਧਾਰ 'ਤੇ ਸਮਝਣ, ਪਰ ਅਸੀਂ ਗੁਰਬਾਣੀ ਨੂੰ ਹੀ ਪਹਿਲ ਦੇ ਆਧਾਰ ਦੇ ਉੱਤੇ ਰੱਖਣਾ ਆ, ਔਰ ਅਸੀਂ ਇਸੇ ਤਰੀਕੇ ਨਾਲ ਰੱਖਣਾ ਕਿ ਗੁਰਬਾਣੀ ਸਾਨੂੰ ਕੀ ਕਹਿ ਰਹੀ ਆ। ਕਿਆ ਜੇ ਗੁਰਬਾਣੀ ਦੇ ਨਕਸ਼ੇ ਕਦਮਾਂ ਦੇ ਉੱਤੇ ਦੁਨੀਆ ਚੱਲੀ ਹੁੰਦੀ ਤਾਂ ਜਿਸ ਤਰੀਕੇ ਦੇ ਕੌਨਫਲਿਕਟ ਵਿੱਚ ਅੱਜ ਦੁਨੀਆ ਪਈ ਹੋਈ ਆ ਉਹ ਪੈਂਦੀ? ਸਾਨੂੰ ਇਹ ਲੋਕਾਂ ਨੂੰ ਦੱਸਣਾ ਹੈ, ਸਾਨੂੰ ਇਹ ਲੋਕਾਂ ਨੂੰ ਦੱਸਣਾ ਹੈ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ 10ਵੇਂ ਜਾਮੇ ਦੇ ਵਿੱਚ ਕਹਿੰਦੇ ਨੇ ਕਿ ਮਾਨਸ ਕੀ ਜਾਤ ਸਭੇ ਏਕ ਕੇ ਪਹਿਚਾਨਬੋ, ਤਾਂ ਅਗਰ ਉਸ ਫਲਸਫੇ ਨੂੰ ਲੋਕਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਰੱਖਿਆ ਹੁੰਦਾ ਤਾਂ ਜੋ ਫਲਸਤੀਨ, ਇਜ਼ਰਾਈਲ, ਸੀਰੀਆ ਜਾਂ ਜਿਹੜੇ ਵੀ ਵਾਰਫੇਅਰ ਵਾਲੇ ਏਰੀਆਜ਼ ਨੇ ਜਿੱਥੇ ਆਮ ਲੋਕ ਉਹਨਾਂ ਦਾ ਵਿਕਟਿਮ ਬਣਦੇ ਆ, ਕਿਆ ਉਹ ਬਣਦੇ? ਕਿਆ 1984 ਦੇ ਵਿੱਚ ਉਹ ਸਿੱਖਾਂ ਨਾਲ ਹੋਇਆ ਉਹ ਹੁੰਦਾ ਜੇ ਗੁਰਬਾਣੀ ਨੂੰ ਆਧਾਰ ਬਣਾਇਆ ਹੁੰਦਾ? ਸੋ ਬੇਸਿਕਲੀ ਜੋ ਸਾਨੂੰ, ਜਿਸ ਦੇ ਉੱਤੇ ਮੈਂ ਪ੍ਰੈਜੈਂਟੇਸ਼ਨ ਤਿਆਰ ਕਰ ਸਕਦੀ ਹਾਂ, ਤੁਸੀਂ ਮੈਨੂੰ ਪ੍ਰੈਜੈਂਟੇਸ਼ਨ ਤਿਆਰ ਕਰਨ ਨੂੰ ਕਿਹਾ, ਜਿਹਦੇ ਉੱਤੇ ਮੈਂ ਪ੍ਰੈਜੈਂਟੇਸ਼ਨ ਤਿਆਰ ਕਰ ਸਕਦੀ ਉਹ ਇਹ ਕਰ ਸਕਦੀ ਹਾਂ ਕਿਉਂਕਿ ਸਾਇੰਸ ਦਾ ਗੁਰਬਾਣੀ ਦੇ ਸਾਹਮਣੇ ਕੋਈ ਵਜੂਦ ਨਹੀਂ ਆ। ਸਾਇੰਸ ਬਹੁਤ ਬੋਣੀ ਆ, ਸਾਇੰਸ ਬਹੁਤ ਇੰਪੋਰਟੈਂਟ ਆ, ਇਟ ਇਜ਼ ਵੈਰੀ ਇੰਪੋਰਟੈਂਟ, ਕਿਉਂਕਿ ਸਾਇੰਟੀਫਿਕ ਨੌਲੇਜ ਹੋਣਾ ਬੜਾ ਜ਼ਰੂਰੀ ਆ। ਹਾਊਐਵਰ ਸਾਨੂੰ ਇਹ ਵੀ ਦੇਖਣਾ ਪਊਗਾ ਕਿ ਸਾਇੰਸ ਸਿਰਫ ਖੋਜ ਕਰਦੀ ਆ ਉਹਨਾਂ ਚੀਜ਼ਾਂ ਦੀ ਜੋ ਆਲਰੇਡੀ ਇਨਵਾਇਰਨਮੈਂਟ ਦੇ ਵਿੱਚ, ਆਲਰੇਡੀ ਨੇਚਰ ਦੇ ਵਿੱਚ ਪਈਆਂ ਆ। ਮੈਂ ਖੁਦ ਰਿਸਰਚ ਦੇ ਨਾਲ ਐਸੋਸੀਏਟਡ ਹੈ, ਇਸ ਕਰਕੇ ਮੈਂ ਗੱਲ ਕਹਿ ਸਕਦੀ ਹਾਂ ਅਸੀਂ ਕੋਈ ਵੀ ਚੀਜ਼ ਨਵੀਂ ਨਹੀਂ ਬਣਾਉਂਦੇ, ਆਈਡੀਆ ਸਾਰੇ ਆਲਰੇਡੀ ਪਏ ਹੁੰਦੇ ਆ। ਜਿੱਦਾਂ ਪਲੈਟੋ ਵੀ ਦ ਰਿਪਬਲਿਕ ਦੇ ਵਿੱਚ ਕਹਿੰਦਾ ਹੈ ਆਪਣੀ ਕਿਤਾਬ ਦੇ ਵਿੱਚ ਕਿ ਆਲਰੇਡੀ ਜਿਹੜੀਆਂ ਚੀਜ਼ਾਂ ਨੇਚਰ ਦੇ ਵਿੱਚ, ਇਨਵਾਇਰਨਮੈਂਟ ਦੇ ਵਿੱਚ ਹੈਗੀਆਂ, ਉਹਨੂੰ ਸਿਰਫ ਮਿਮਿਕ ਕੀਤਾ ਜਾਂਦਾ। ਇਹੀ ਉਹਦਾ ਜਿਹੜਾ ਮਿਮਿਸਿਸ ਦੀ ਥਿਊਰੀ ਵੀ ਇਹੀ ਸੀਗੀ, ਜਿਨ੍ਹਾਂ ਨੂੰ ਪਤਾ। ਤੋ ਬੇਸਿਕਲੀ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਅਗਰ ਮੈਨੂੰ ਪ੍ਰੈਜੈਂਟੇਸ਼ਨ ਤਿਆਰ ਕਰਨ ਨੂੰ ਕਹੋਗੇ, ਮੈਂ ਪ੍ਰੈਜੈਂਟੇਸ਼ਨ ਤਿਆਰ ਕਰੂੰਗੀ ਕਿ ਗੁਰਬਾਣੀ ਨੇ, ਅਗਰ ਗੁਰਬਾਣੀ ਦਾ ਇੰਨੇ ਉੱਚੇ ਪੱਧਰ ਤੱਕ ਪਸਾਰਾ ਹੋਇਆ ਹੁੰਦਾ ਜਾਂ ਉਹਦਾ ਅਸੀਂ ਪ੍ਰਚਾਰ ਕਰਨ ਦੇ ਵਿੱਚ ਕਾਮਯਾਬ ਹੋਏ ਹੁੰਦੇ ਤਾਂ ਜਿਸ ਹਾਲਾਤ ਦੇ ਵਿੱਚ ਦੁਨੀਆ ਅੱਜ ਹੈ, ਜਿਸ ਤਰ੍ਹਾਂ ਦੇ ਅਸੀਂ ਇੱਕ ਤਰਾਸਦੀ ਵਾਲੇ ਮਾਹੌਲ ਦੇ ਵਿੱਚ ਦੁਨੀਆ ਹੈ, ਉਹ ਹੋਣੀ ਨਹੀਂ ਸੀ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਵਿੱਚ ਪਵਨ ਗੁਰੂ ਪਾਣੀ ਪਿਤਾ ਦੀ ਗੱਲ ਆ ਜਾਂਦੀ ਆ। ਸੋ ਅਸੀਂ ਇਸ ਇਨਵਾਇਰਨਮੈਂਟ ਨਾਲ ਵੀ ਖਿਲਵਾੜ ਨਹੀਂ ਸੀ ਕਰਨਾ। ਗੁਰੂ ਨਾਨਕ ਦੇ ਘਰ ਦੇ ਵਿੱਚ ਸੋ ਕਿਉ ਮੰਦਾ ਆਖੀਏ ਜਿੱਤ ਜੰਮੇ ਰਾਜਾਨ ਦੀ ਗੱਲ ਵੀ ਆ ਜਾਂਦੀ ਹੈ। ਸੋ ਅਸੀਂ ਜਿਹੜੀਆਂ ਲੇਡੀਜ਼ ਹੈ,
ਉਹਨਾਂ ਦੇ ਨਾਲ ਵੀ ਜਿਹੜਾ ਜੋ ਅੱਜ ਦੇ ਮਾਹੌਲ ਦੇ ਵਿੱਚ ਜਿਸ ਤਰੀਕੇ ਦੇ ਵਿਤਕਰੇ ਜਾਂ ਜੋ ਉਹਨਾਂ ਨੂੰ ਇੱਕ ਪ੍ਰਤਾੜਨਾ ਦਾ ਸ਼ਿਕਾਰ, ਟੌਰਚਰ ਦਾ ਸ਼ਿਕਾਰ ਹੋਣਾ ਪੈਂਦਾ, ਉਹ ਵੀ ਨਹੀਂ ਸੀ ਹੋਣਾ। ਫੀਮੇਲ ਇਨਫੈਂਟੀਸਾਈਡ ਨਹੀਂ ਸੀ ਹੋਣਾ। ਸੋ ਹਰ ਇੱਕ ਪ੍ਰੋਬਲਮ ਦਾ ਸੋਲਿਊਸ਼ਨ ਗੁਰਬਾਣੀ ਹੈ। ਇਹ ਪ੍ਰੈਜੈਂਟੇਸ਼ਨ ਮੈਂ ਤਿਆਰ ਕਰ ਸਕਦੀ ਹਾਂ ਕਿ ਅਗਰ ਅਸੀਂ ਗੁਰਬਾਣੀ ਦਾ ਪ੍ਰਚਾਰ ਵਰਲਡ ਲੈਵਲ ਦੇ ਵਿੱਚ ਕੀਤਾ ਹੁੰਦਾ ਤਾਂ ਕਿਹੜੀਆਂ ਮੁਸ਼ਕਿਲਾਂ ਜੋ ਅੱਜ ਮਾਨਵਤਾ ਨੂੰ ਦੇਖਣੀਆਂ ਪੈ ਰਹੀਆਂ ਉਹ ਨਹੀਂ ਸੀ ਦੇਖਣੀਆਂ ਪੈਣੀਆਂ। ਇਸ ਦੇ ਉੱਤੇ ਮੈਂ ਜ਼ਰੂਰ ਕਰ ਸਕਦੀ ਹਾਂ। ਜੇ ਤੁਸੀਂ ਚਾਹੁੰਦੇ ਆ ਕਿ ਮੈਂ ਇਹਦੇ ਉੱਤੇ ਪ੍ਰੈਜੈਂਟੇਸ਼ਨ ਕਰਾਂ ਤਾਂ ਮੈਨੂੰ ਜ਼ਰੂਰ ਤੁਸੀਂ ਈਮੇਲ ਕਰਕੇ ਲਿਖ ਦਿਓ, ਮੈਂ 110% ਕਰੂੰਗੀ। ਸੋ ਇੱਕ ਗੱਲ ਹੋਰ ਜਿਹੜੀ ਆਉਂਦੀ ਆ, ਕਿਉਂਕਿ ਜਿਹੜੀ ਮੈਂ ਐਡ ਕਰੂੰਗੀ ਜਾਂਦੇ ਦੇ ਇਸ ਸਵਾਲ ਨੂੰ ਛੱਡਣ ਤੋਂ ਪਹਿਲਾਂ, ਜਦੋਂ ਆਪਾਂ ਸਾਇੰਸ ਦੀ ਗੱਲ ਕਰਦੇ ਹਾਂ ਨਾ, ਹੁਣ ਸਾਇੰਸ ਨਾਲੋਂ ਗੁਰਬਾਣੀ ਉੱਚੀ ਕਿਉਂ ਆ? ਕਿਉਂਕਿ ਸਾਇੰਸ ਦੇ ਨਾਲ ਇੱਕ ਈਗੋ ਵੀ ਆਉਂਦੀ ਆ। ਸਿਰਫ ਸਾਇੰਸ ਦੇ ਨਾਲ ਨਹੀਂ, ਕਿਸੇ ਤਰ੍ਹਾਂ ਦੀ ਵੀ ਨੌਲੇਜ ਦੇ ਨਾਲ, ਸਾਇੰਟੀਫਿਕ ਨੌਲੇਜ ਦੇ ਨਾਲ ਜਾਂ ਕਿਸੇ ਤਰ੍ਹਾਂ ਦੀ ਵੀ ਨੌਲੇਜ ਦੇ ਨਾਲ ਸਾਨੂੰ ਲੱਗਦਾ ਕਿ ਸਾਡੇ ਅੰਦਰ ਇੱਕ ਮੈਨੂੰ ਸਭ ਪਤਾ, ਮੇਰੇ ਤੋਂ ਵੱਧ ਕਿਸੇ ਨੂੰ ਕੁਛ ਨਹੀਂ ਪਤਾ। ਜਿਹੜੇ ਲੋਕ ਸਿਰਫ ਸਾਇੰਸ ਨੂੰ ਹੀ ਆਧਾਰ ਮੰਨਦੇ ਆ, ਜਿਨ੍ਹਾਂ ਨੂੰ ਲੱਗਦਾ ਕਿ ਐਨੀਥਿੰਗ ਦੈਟ ਕੈਨ ਬੀ ਪ੍ਰੂਵਡ ਬਾਏ ਸਾਇੰਸ ਇਜ਼ ਟਰੂਥ, ਮੇਰਾ ਅਕਸਰ ਉਹਨਾਂ ਨੂੰ ਸਵਾਲ ਹੁੰਦਾ। ਮੈਨੂੰ ਕਿਸੇ ਨੇ ਇਹ ਗੱਲ ਕਹੀ ਵੀ ਸੀ ਕਿ ਤੁਸੀਂ ਆਪ ਸਾਇੰਸ ਵਾਲੇ ਹੋ, ਤੁਸੀਂ ਸਾਇੰਸ ਪੜ੍ਹੀ ਆ, ਫਿਰ ਤੁਸੀਂ ਆਪ ਇੱਦਾਂ ਦੀਆਂ ਗੱਲਾਂ ਕਰਦੇ ਆ। ਔਰ ਮੇਰਾ ਉਹਨਾਂ ਨੂੰ ਜਵਾਬ ਸੀਗਾ ਕਿ ਮੈਨੂੰ ਤੁਸੀਂ ਦੱਸੋ ਕਿੱਥੇ ਗਲਤ ਆ। ਅਤੇ ਉਹਨਾਂ ਦਾ ਅੱਗੋਂ ਮੈਨੂੰ ਜਿਹੜੇ ਤਰਕਸ਼ੀਲ ਸੁਸਾਇਟੀ ਦੇ ਨਾਲ ਐਸੋਸੀਏਟਡ ਲੋਕ ਸੀ, ਉਹ ਮੈਨੂੰ ਕਹਿੰਦੇ ਤੁਸੀਂ ਇਸ ਤਰ੍ਹਾਂ ਆ ਕਿ ਜੇ ਰਿਲੀਜਨ ਦੇ ਵਿੱਚ ਇੰਨੀ ਤਾਕਤ ਹੁੰਦੀ ਆ, ਅਸੀਂ ਇੱਕ ਪੱਥਰ ਸਿੱਟਦੇ ਹਾਂ ਅਤੇ ਤੁਸੀਂ ਹੱਥ ਨਾਲ ਰੋਕ ਕੇ ਦੱਸੋ। ਜੇ ਤਾਂ ਤੁਸੀਂ ਰੋਕ ਲਿਆ ਅਸੀਂ ਮੰਨ ਲਾਂਗੇ, ਜੇ ਤੁਸੀਂ ਨਹੀਂ ਰੋਕਿਆ ਤਾਂ ਅਸੀਂ ਨਹੀਂ, ਫਿਰ ਤੁਸੀਂ ਸਾਡੀ ਗੱਲ ਮੰਨ ਲਿਓ। ਮੈਂ ਕਿਹਾ ਚਲੋ ਠੀਕ ਆ, ਮੈਂ ਤਾਂ ਗੁਰੂ ਨਾਨਕ ਪਾਤਸ਼ਾਹ ਨਹੀਂ, ਇਸ ਕਰਕੇ ਮੇਰੇ ਕੋਲ ਤਾਂ ਸ਼ਾਇਦ ਨਾ ਰੋਕਿਆ ਜਾਏ। ਤੁਸੀਂ ਸਾਇੰਟੀਫਿਕ ਬੰਦੇ ਆ, ਤੁਸੀਂ ਫਿਜ਼ਿਕਸ, ਕੈਮਿਸਟਰੀ, ਬਾਇਓਲੋਜੀ ਦਾ ਪੂਰਾ ਗਰੁੱਪ ਹੈਗੇ ਆ? ਕਹਿੰਦੇ ਜੀ ਹੈਗੇ ਆ। ਮੈਂ ਕਿਹਾ ਇਸ ਤਰ੍ਹਾਂ ਕਰੋ ਕਿ ਹੁਣੇ ਹੀ ਤੁਸੀਂ ਚੰਦਰਮਾ 'ਤੇ ਜਾ ਕੇ ਦਿਖਾਓ। ਉਹ ਕਹਿੰਦੇ ਇਹ ਕਿੱਦਾਂ ਹੋ ਸਕਦਾ ਆ? ਮੈਂ ਕਿਹਾ ਕਿਸੇ ਤਰੀਕੇ ਵੀ ਜਾ ਕੇ ਦਿਖਾ ਦਿਓ, ਤੁਹਾਡੇ ਕੋਲ ਸਾਰੀਆਂ ਮਸ਼ੀਨਸ ਪਈਆਂ ਆ, ਕਰਕੇ ਦਿਖਾਓ। ਕਹਿੰਦੇ ਉਹ ਤਾਂ ਉਹੀ ਲੋਕ ਕਰ ਸਕਦੇ ਜਿਹੜੇ ਐਸਟਰੋਨੌਟਸ ਨੇ। ਤਾਂ ਇਸੇ ਤਰੀਕੇ ਦੇ ਨਾਲ ਜਿਹੜਾ ਰਿਲੀਜਨ ਹੈ, ਜਿਹੜੀਆਂ ਉਹਦੀਆਂ ਬਾਰੀਕੀਆਂ, ਉਹ ਵੀ ਸਿਰਫ ਉਹੀ ਲੋਕ ਸਮਝ ਸਕਦੇ ਸਪਿਰਿਚੁਅਲਿਟੀ ਦੀਆਂ, ਜਿਹੜੇ ਉਸ ਲਾਈਨ 'ਤੇ ਚੱਲੇ ਹੋਏ ਆ। ਜਿਨ੍ਹਾਂ ਨੂੰ, ਮੇਰੇ ਵਰਗਿਆਂ ਨੂੰ ਇਹ ਵੀ ਨਹੀਂ ਪਤਾ ਕਿ ਮੈਂ ਹਾਂ ਕੌਣ, ਅਸੀਂ ਵੀ ਅਗਰ ਕਿੰਤੂ ਕਰੀਏ ਤਾਂ ਫਿਰ ਗਲਤ ਆ। ਸਾਨੂੰ ਇਹ ਲੱਗਣ ਲੱਗ ਜਾਂਦਾ ਕਿ ਜਿਹੜਾ ਸਪਿਰਿਚੁਅਲਿਟੀ ਹੈ ਜਾਂ ਅਧਿਆਤਮ ਹੈ ਨਾ, ਉਹ ਤਾਂ ਖੁੱਲ੍ਹੀ ਫੀਲਡ ਹੈ, ਜਿਹੜਾ ਮਰਜ਼ੀ ਆ ਕੇ ਉਹਦੇ 'ਤੇ ਜੋ ਮਰਜ਼ੀ ਬੋਲਦੇ। ਅਗਰ ਸਿਰਫ ਪ੍ਰੂਵ ਕਰਨ ਦੀ ਗੱਲ ਹੋਵੇ ਤਾਂ ਪ੍ਰੂਵ ਉਹੀ ਬੰਦਾ ਕਰ ਸਕਦਾ ਹੁੰਦਾ ਜਿਹਦੇ ਵਿੱਚ ਉਹਦੀ ਮਹਾਰਤ ਹੋਵੇ। ਹਰ ਇੱਕ ਬੰਦਾ ਹਰ ਇੱਕ ਚੀਜ਼ ਪ੍ਰੂਵ ਨਹੀਂ ਕਰ ਸਕਦਾ ਹੁੰਦਾ। ਸੋ ਜਿਹੜੀ ਬਾਣੀ ਹੈ, ਉਹ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਸਾਡੇ ਅੰਦਰੋਂ ਉਹ ਜਿਹੜੀ ਈਗੋ ਹੈ ਨਾ, ਉਹ ਮਾਰਦੀ ਹੈ, ਉਹ ਹਉਮੈ ਮਾਰਦੀ ਹੈ ਕਿ ਮੈਨੂੰ ਸਭ ਪਤਾ, ਇਸ ਕਰਕੇ ਮੈਂ ਹਰ ਇੱਕ ਬੰਦੇ ਉੱਤੇ ਕਿੰਤੂ ਕਰ ਸਕਦਾ। ਸੱਚ ਬਾਣੀ ਸੱਚ ਸ਼ਬਦ ਹੈ, ਜਾਂ ਸੱਚ ਧਰੇ ਪਿਆਰ, ਹਰ ਕਾ ਨਾਮ ਮਨ ਵਸੇ, ਹਉਮੈ ਕ੍ਰੋਧ ਨਿਵਾਰ। ਕਿ ਜਿਸ ਦੇ ਮਨ ਉਹਦਾ ਨਾਮ ਵਸ ਗਿਆ, ਉਹਨੂੰ ਹਉਮੈ, ਕ੍ਰੋਧ ਸਭ ਉਹਦਾ ਨਿਵਾਰਿਆ ਜਾਂਦਾ, ਉਹ ਖ਼ਤਮ ਹੋ ਜਾਂਦਾ। ਇਹ ਗੁਰਬਾਣੀ ਹੈ, ਇਹ ਮੇਰੇ ਬਾਬੇ ਨਾਨਕ ਦੀ ਬਾਣੀ ਹੈ ਜੋ ਸਾਨੂੰ ਇਹ ਸਮਝਾਉਂਦੀ ਆ, ਹੈ ਨਾ। ਤਾਂ ਇਸ ਕਰਕੇ ਜਿਹੜਾ ਤੁਹਾਡਾ ਕੁਐਸਚਨ ਸੀ ਉਹ ਬਹੁਤ ਸੋਹਣਾ ਕੁਐਸਚਨ ਸੀਗਾ, ਪਰ ਦੋ ਚੀਜ਼ਾਂ ਉਹਦੇ ਵਿੱਚ ਇੰਪੋਰਟੈਂਟ ਆ ਜੋ ਸਮਝਣੀਆਂ ਪੈਣਗੀਆਂ। ਇੱਕ ਤਾਂ ਟਰੁੱਥ ਨਹੀਂ, ਆਪਾਂ ਓਬਜੈਕਟਿਵਿਟੀ ਦੇ ਉੱਤੇ ਗੱਲ ਕਰ ਸਕਦੇ ਹਾਂ ਕਿ ਸੱਚ ਸਹੀ ਕੀ ਆ ਔਰ ਗਲਤ ਕੀ ਆ। ਇਹਦੇ ਉੱਤੇ ਆਪਾਂ ਇੱਕ ਬਾਕੀ ਸਕ੍ਰਿਪਚਰਸ ਦੇ ਨਾਲ ਕੰਪੈਰੇਟਿਵ ਸਟੱਡੀ ਕਰ ਸਕਦੇ ਹਾਂ, ਕਿਹੜੀ ਸਕ੍ਰਿਪਚਰ ਦੇ ਵਿੱਚ ਕੀ ਚੀਜ਼ ਸਹੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਆਪਾਂ ਦੇਖ ਸਕਦੇ ਹਾਂ, ਹੈ ਨਾ, ਕਿ ਉਹਨਾਂ ਨਾਲੋਂ ਕਿਸੇ ਵਿੱਚ ਕੀ ਆ, ਉਹ ਹੋ ਸਕਦਾ। ਦੂਜੀ ਗੱਲ, ਸਾਇੰਸ ਦੇ ਆਧਾਰ ਦੇ ਉੱਤੇ ਗੁਰਬਾਣੀ ਨਹੀਂ ਪਰਖੀ ਜਾ ਸਕਦੀ, ਗੁਰਬਾਣੀ ਦੇ ਆਧਾਰ ਦੇ ਉੱਤੇ ਸਾਇੰਸ ਪਰਖੀ ਜਾ ਸਕਦੀ ਹੈ। ਇਹ ਦੋ ਗੱਲਾਂ ਮੇਰਾ ਤੁਹਾਨੂੰ ਜਵਾਬ ਹੈ। ਅਗਲਾ ਸਵਾਲ ਜੋ ਤੁਸੀਂ ਮੈਨੂੰ ਲਿਖਿਆ ਉਹ ਹੈਗਾ, I did quite understand what you meant by Brahma, Vishnu and Mahesh in the light of Gurbani. Are you saying that they do exist and have their own world? ਤੁਸੀਂ ਸਵਾਲ ਇਹ ਕੀਤਾ ਕਿ ਮੈਂ ਸ਼ਾਇਦ ਮੇਰੇ ਕਿਸੇ ਐਪੀਸੋਡ ਦੇ ਵਿੱਚ ਬ੍ਰਹਮਾ, ਵਿਸ਼ਨੂੰ, ਮਹੇਸ਼ ਦੀ ਗੱਲ ਆਈ ਹੋਊਗੀ। ਤੁਸੀਂ ਉਹ ਕਹਿੰਦੇ ਕਿ ਤੁਸੀਂ ਉਹ ਪੁੱਛਿਆ ਆ ਕਿ ਕਿਆ ਮੈਂ ਇਹ ਕਹਿ ਰਹੀ ਹਾਂ ਕਿ ਉਹ ਐਗਜ਼ਿਸਟ ਕਰਦੇ ਔਰ ਉਹਨਾਂ ਦੇ ਆਪਣੇ ਲੋਕ ਨੇ? ਤਾਂ ਨਹੀਂ, ਮੈਂ ਐਸਾ ਕੁਛ ਨਹੀਂ ਕਹਿ ਰਹੀ, ਕਿਉਂਕਿ ਮੈਂ ਨਹੀਂ ਦੇਖੇ, ਨਾ ਮੈਂ ਬ੍ਰਹਮਾ, ਵਿਸ਼ਨੂੰ, ਮਹੇਸ਼ ਔਰ ਉਹਨਾਂ ਦੇ ਲੋਕ ਮੈਂ ਨਹੀਂ ਦੇਖੇ। ਇਸ ਕਰਕੇ ਮੈਂ ਇਹਦੇ ਉੱਤੇ ਨਾ ਹਾਂ ਕਹਿ ਸਕਦੀ ਹਾਂ ਨਾ ਕਹਿ ਸਕਦੀ ਹਾਂ। ਪਰ ਮੈਂ ਆਪਣੀ ਗੁਰਬਾਣੀ, ਗੁਰੂ ਮਹਾਰਾਜ ਦੇ ਘਰ 'ਚੋਂ ਜਾ ਕੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀ ਕਰਕੇ ਉਹਨਾਂ ਨੂੰ ਪੁੱਛ ਸਕਦੀ ਹਾਂ ਕਿ ਉਹ ਕੀ ਕਹਿੰਦੇ ਨੇ। ਤਾਂ ਬਕਾਇਦਾ ਬ੍ਰਹਮਾ, ਵਿਸ਼ਨੂੰ, ਮਹੇਸ਼ ਦਾ ਜ਼ਿਕਰ ਆਉਂਦਾ। ਹੁਣ ਉਹ ਆਉਂਦਾ ਕਿੱਦਾਂ? ਕਿਉਂਕਿ ਉਹ ਮਿਥਿਹਾਸ ਹੈ, ਔਰ ਮਿਥ ਦੇ ਥਰੂ ਸਮਝਣਾ ਚੀਜ਼ਾਂ ਨੂੰ ਸੌਖਾ ਹੋ ਜਾਂਦਾ।
ਹਰ ਇੱਕ ਬੰਦਾ ਜੋ ਹੈ ਉਹ ਮਿੱਥ ਦੇ ਅਕੋਰਡਿੰਗ ਸਮਝ ਸਕਦਾ ਹੈ। ਔਰ ਉਸ ਸਮੇਂ ਦੇ ਲੋਕ ਜਿਹੜੇ ਸੀ, ਕਿਉਂਕਿ ਉਸ ਖਿੱਤੇ ਦੇ ਲੋਕ ਇਹਨਾਂ ਮਿੱਥਾਂ ਦੇ ਵਿੱਚ ਵਿਸ਼ਵਾਸ ਕਰਦੇ ਸੀ, ਤਾਂ ਉਹਨਾਂ ਨੂੰ ਉਹਨਾਂ ਮਿੱਥਾਂ ਦੇ ਅਕੋਰਡਿੰਗ ਹੀ ਸਮਝਾਉਣਾ ਥੋੜ੍ਹਾ ਸੌਖਾ ਸੀ। ਇਸ ਕਰਕੇ ਗੁਰਬਾਣੀ ਦੇ ਵਿੱਚ ਹਰ ਇੱਕ ਜਗ੍ਹਾ ਦੇ ਉੱਤੇ ਮਿੱਥਾਂ ਦਾ ਹਵਾਲਾ ਲੈ ਕੇ ਗੁਰੂ ਨਾਨਕ ਪਾਤਸ਼ਾਹ ਆਪਣੀ ਗੱਲ ਕਹਿੰਦੇ ਨੇ ਕਿ ਉਹ ਕੀ ਚਾਹੁੰਦੇ ਆ, ਉਹ ਕੀ ਸਮਝਦੇ ਆ। ਤਾਂ ਹੁਣ ਪਹਿਲੀ ਤਾਂ ਇਹ ਆ ਕਿ ਜਦੋਂ ਗੁਰਬਾਣੀ ਦੇ ਵਿੱਚ ਬ੍ਰਹਮਾ ਵਿਸ਼ਨੂੰ ਮਹੇਸ਼ ਦੀ ਗੱਲ ਹੁੰਦੀ ਹੈ ਤਾਂ 2 ਲੈਵਲਸ ਦੇ ਉੱਤੇ ਹੁੰਦੀ ਆ। ਇੱਕ ਤਾਂ ਸਾਨੂੰ ਸਮਝਾਉਣ ਦੇ ਵਾਸਤੇ ਕਿ ਗੁਰੂ ਮਹਾਰਾਜ ਉਹਦੇ ਵਿੱਚ ਕਹਿਣਾ ਕੀ ਚਾਹ ਰਹੇ ਨੇ। ਦੂਸਰਾ, ਉਹ ਕਿਉਂਕਿ ਬ੍ਰਹਮਾ ਵਿਸ਼ਨੂੰ ਮਹੇਸ਼ ਉਸ ਸਮੇਂ ਦੇ ਉਹਨਾਂ ਲੋਕਾਂ ਦੇ ਸਭ ਤੋਂ ਜ਼ਿਆਦਾ ਪੂਜਨੀਕ ਸੀਗੇ, ਔਰ ਜਦੋਂ ਉਹਨਾਂ ਦੀਆਂ ਲਿਮਿਟੇਸ਼ਨਸ ਦੱਸਦੇ ਨੇ ਗੁਰੂ ਨਾਨਕ ਪਾਤਸ਼ਾਹ ਕਿ ਉਹਨਾਂ ਵਿੱਚ ਕੀ ਕਮੀਆਂ ਸੀ, ਤਾਂ ਫਿਰ ਉਹ ਦੱਸਦੇ ਨੇ ਕਿ ਪੂਰੀ ਦੁਨੀਆ ਹੀ ਜਿਹੜੀ ਆ, ਪੂਰਾ ਜਿਹੜਾ ਬ੍ਰਹਿਮੰਡ ਆ, ਉਹ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਕਮੀ ਦਾ ਸ਼ਿਕਾਰ ਜ਼ਰੂਰ ਹੈ। ਪੂਰਨ ਕੌਣ ਹੈ? ਸਿਰਫ ਪਰਮਾਤਮਾ। ਹੁਣ ਇਹਦੇ ਵਿੱਚ ਆਪਾਂ ਅਗਰ ਸਮਝੀਏ ਤਾਂ ਉਹਦੇ ਵਿੱਚ ਇੱਕ ਕੋਟ ਬੋਲੂੰਗੀ ਮੈਂ। ਪਾਤੀ ਤੋਰੇ ਮਾਲਨੀ ਪਾਤੀ ਪਾਤੀ ਜਿਓ, ਜਿਸ ਪਾਹਨ ਕੋ ਪਾਤੀ ਤੋਰੇ ਸੋ ਪਾਹਨ ਨਿਰਜੀਓ। ਭੂਲੀ ਮਾਲਨੀ ਹੈ ਏਓ, ਸਤਿਗੁਰ ਜਾਗਤਾ ਹੈ ਦਿਓ। ਬ੍ਰਹਮ ਪਾਤੀ ਬਿਸਨ ਡਾਰੀ, ਫੂਲ ਸ਼ੰਕਰ ਦਿਓ। ਤਿੰਨ ਦੇਵ ਪ੍ਰਤੱਖ ਤੋਰੇ, ਕਰੇ ਕਿਸ ਕੀ ਸਿਓ। ਹੁਣ ਇਹਦੇ ਵਿੱਚ ਇਹ ਸਿਰਫ ਇਹਨੂੰ ਅਗਰ ਸਮਝੀਏ ਤਾਂ ਹੁਣ ਇਹਦੇ ਵਿੱਚ ਕਹਿ ਰਹੇ ਨੇ, ਕਬੀਰ ਸਾਹਿਬ ਕਹਿ ਰਹੇ ਨੇ ਕਿ ਇਹ ਮਾਲਨ ਤੂੰ ਪੱਤਾ ਤੋੜਦੀ, ਤੂੰ ਫੁੱਲ ਤੋੜਦੀ ਫਿਰਦੀ ਆ, ਅਤੇ ਜਿਹਦੇ ਤੂੰ ਸੇਵਾ ਦੇ ਲਈ, ਜਿਸ ਮੂਰਤੀ 'ਤੇ ਚੜ੍ਹਾਉਣ ਲਈ ਤੂੰ ਫੁੱਲ ਤੋੜਦੀ ਵੀ, ਉਹ ਤਾਂ ਪੱਥਰ ਦੀ ਆ, ਉਹ ਤਾਂ ਨਿਰਜੀਵ ਆ, ਹੈ ਨਾ, ਪਰ ਤੂੰ ਉਹਦੇ ਵਾਸਤੇ ਇਹ ਜੀਵ ਵਾਲੀ ਚੀਜ਼ ਨੂੰ ਤੋੜ ਦਿੱਤਾ। ਹੁਣ ਅਗਲੀ ਗੱਲ ਜਿਹੜੀ ਉਹ ਕਹਿੰਦੇ ਨੇ ਕਿ ਜਿਹੜਾ ਫੁੱਲ ਤੂੰ ਤੋੜਿਆ, ਉਹਦੇ ਬ੍ਰਹਮਾ ਦੇ, ਉਹਦੇ ਪੱਤੀਆਂ ਦੇ ਵਿੱਚ ਬ੍ਰਹਮਾ, ਉਹਦੀ ਡਾਲ ਦੇ ਵਿੱਚ ਬਿਸਨ ਅਤੇ ਉਹਦੇ ਫੁੱਲਾਂ ਦੇ ਵਿੱਚ ਸ਼ੰਕਰ ਦਿਓ ਹੈ। ਹੁਣ ਇਹਦਾ ਮਤਲਬ ਇਹ ਥੋੜ੍ਹੀ ਆ ਕਿ ਉਹ ਗੁਰੂ ਨਾਨਕ ਪਾਤਸ਼ਾਹ ਇਹ ਕਹਿ ਰਹੇ ਨੇ, ਜਾਂ ਕਬੀਰ ਸਾਹਿਬ ਇਹ ਕਹਿ ਰਹੇ ਨੇ ਕਿ ਕਿਉਂਕਿ ਸਾਰੀ ਬਾਣੀ ਮੈਂ ਗੁਰੂ ਨਾਨਕ ਪਾਤਸ਼ਾਹ ਨੂੰ ਹੀ ਸੰਬੋਧਨ ਕਰਦੀ ਹੁੰਦੀ ਹਾਂ, ਤਾਂ ਉਹ ਇਹ ਥੋੜ੍ਹੀ ਕਹਿ ਰਹੇ ਨੇ ਕਿ ਜਿਹੜੀਆਂ ਵਾਕਈ ਬ੍ਰਹਮਾ ਜੀ ਜਿਹੜੇ ਆ ਉਹ ਪੱਤੀਆਂ ਦੇ ਵਿੱਚ ਬਿਰਾਜਮਾਨ ਆ, ਜਾਂ ਜਿਹੜੇ ਵਿਸ਼ਨੂੰ ਜੀ ਆ ਉਹ ਡਾਲੀ ਦੇ ਵਿੱਚ ਆ, ਜਾਂ ਸ਼ੰਕਰ ਜੀ ਜਿਹੜੇ ਆ ਉਹ ਫੁੱਲ ਦੇ ਵਿੱਚ ਆ। ਉਹ ਇਹ ਥੋੜ੍ਹੀ ਕਹਿ ਰਹੇ, ਇਹ ਨਹੀਂ ਕਹਿ ਰਹੇ, ਸਿਰਫ ਸਮਝਾਉਣ ਨੂੰ ਆ ਕਿ ਜਿਸ ਪਰਮਾਤਮਾ ਦੀ ਤੂੰ ਪ੍ਰਤਿਮਾ ਬਣਾ ਕੇ ਉਹਦੇ ਸਾਹਮਣੇ, ਜਿਹਦੇ ਆਈਡਲ ਬਣਾ ਕੇ ਤੂੰ ਉਹਦੇ ਸਾਹਮਣੇ ਫੁੱਲ ਸੁੱਟਣੇ ਆ, ਉਹ ਪਰਮਾਤਮਾ ਤਾਂ ਉਹਨਾਂ ਫੁੱਲਾਂ ਦੇ ਵਿੱਚ ਹੀ ਸੀ, ਔਰ ਤੂੰ ਉਹਨੂੰ ਤੋੜ ਦਿੱਤਾ। ਹੁਣ ਇਹਦਾ ਮਤਲਬ ਇਹ ਵੀ ਨਹੀਂ ਆ ਕਿ ਉਹ ਇਹ ਕਹਿ ਰਹੇ ਕਿ ਬ੍ਰਹਮਾ ਵਿਸ਼ਨ ਮਹੇਸ਼ ਜਿਹੜੇ ਆ ਉਹ ਪਰਮਾਤਮਾ ਹੈ, ਉਹ ਇਹ ਵੀ ਨਹੀਂ ਕਹਿ ਰਹੇ। ਉਹ ਸਿਰਫ ਇਹ ਸਾਨੂੰ ਸਮਝਾ ਰਹੇ ਆ ਕਿ ਜਿਸ ਦੀ ਤੁਸੀਂ ਮੂਰਤੀ ਬਣਾ ਕੇ ਫੁੱਲ ਤੋੜੇ, ਦਰਅਸਲ ਪਰਮਾਤਮਾ ਤਾਂ ਉਹਨਾਂ ਫੁੱਲਾਂ ਦੇ ਵਿੱਚ ਸੀ, ਤਾਂ ਫਿਰ ਤੂੰ ਕਿਹਦੀ ਸੇਵ ਕਰਦੀ ਆ? ਜਦੋਂ ਤੂੰ ਪਰਮਾਤਮਾ ਨੂੰ ਹੀ ਤੋੜ ਲਿਆ ਤਾਂ ਫਿਰ ਤੂੰ ਖਿੰਡ ਕਰ ਦਿੱਤਾ, ਤਾਂ ਫਿਰ ਤੂੰ ਸੇਵ ਕਿਹਦੀ ਕਰਦੀ ਪਈ ਆ? ਸੋ ਇਹ ਬੇਸਿਕਲੀ ਸਾਨੂੰ ਸਮਝਾਉਣ ਨੂੰ ਸੀ, ਉਸ ਵੇਲੇ ਦੇ ਲੋਕਾਂ ਨੂੰ, ਉਸ ਖਿੱਤੇ ਦੇ ਲੋਕਾਂ ਨੂੰ ਸਮਝਾਉਣ ਨੂੰ ਸੀ, ਕਿਉਂਕਿ ਇਸੇ ਤਰੀਕੇ ਨਾਲ ਹੀ ਉਹ ਸਮਝ ਸਕਦੇ ਸੀਗੇ। ਮਾਈਥੋਲੋਜੀ ਆਪਣੇ ਆਪ ਦੇ ਵਿੱਚ ਇੱਕ ਲੈਂਗੁਏਜ ਹੁੰਦੀ ਆ। ਇਹ ਜਿਹੜੇ ਸਟਰਕਚਰਲਿਜ਼ਮ ਦੇ ਨਾਲ ਲੋਕ ਜੁੜੇ ਹੋਏ, ਉਹਨਾਂ ਨੂੰ ਬਕਾਇਦਾ ਪਤਾ ਹੋਊਗਾ। ਮਾਈਥੋਲੋਜੀ ਦੇ ਥਰੂ ਆਪਣਾ ਇੱਕ ਜਿਹੜੀ ਗੱਲ ਆ ਉਹ ਦੱਸੀ ਜਾ ਸਕਦੀ ਆ। ਤਾਂ ਗੁਰੂ ਨਾਨਕ ਪਾਤਸ਼ਾਹ ਬਕਾਇਦਾ ਮਾਈਥੋਲੋਜੀ ਦੇ ਥਰੂ ਇਹ ਚੀਜ਼ਾਂ ਨੂੰ ਉਜਾਗਰ ਕਰਦੇ ਆ, ਸਾਨੂੰ ਦੱਸਦੇ ਆ। ਅਗਲੀ ਗੱਲ ਜਿਹੜੀ ਇਹਦੇ ਵਿੱਚੋਂ ਆਪਾਂ ਸਮਝ ਸਕਦੇ, ਜੋ ਮੈਂ ਲਿਮਿਟੇਸ਼ਨਸ ਦੀ ਗੱਲ ਕੀਤੀ, ਜਦੋਂ ਗੁਰੂ ਪਾਤਸ਼ਾਹ ਕਹਿੰਦੇ ਨੇ ਬ੍ਰਹਮੇ ਬੇਦ ਬਾਣੀ ਪ੍ਰਗਾਸੀ ਮਾਇਆ ਮੋਹ ਪਸਾਰਾ, ਕਿ ਉਸ ਤਰ੍ਹਾਂ ਮੰਨਿਆ ਇਹ ਜਾਂਦਾ ਕਿ ਬ੍ਰਹਮਾ ਜੀ ਦੇ ਮੁੱਖ 'ਚੋਂ ਵੇਦ ਨਿਕਲਿਆ, ਬ੍ਰਹਮਾ ਜੀ ਦੇ ਹੱਥ ਦੇ ਵਿੱਚ ਵੇਦ ਹੈ। ਜਦੋਂ ਵੇਦ ਸਾਰੇ ਬ੍ਰਹਮਾ ਜੀ ਦੇ ਕੋਲ ਹੈ, ਪਰ ਫਿਰ ਵੀ ਮਾਇਆ ਮੋਹ ਪਸਾਰਾ, ਕਿ ਫਿਰ ਵੀ ਉਹ ਮਾਇਆ ਦੇ ਚੱਕਰ ਦੇ ਵਿੱਚ ਉਲਝੇ ਹੋਏ ਆ। ਹੁਣ ਵੇਦਾਂ ਦਾ ਜਿਹਦੇ ਮੂੰਹ 'ਚੋਂ ਵੇਦ ਨਿਕਲੇ ਹੋਣਗੇ ਉਹ ਕਿੰਨਾ ਗਿਆਨੀ ਹੋਊਗਾ, ਪਰ ਜਿਹੜਾ ਇੰਨਾ ਗਿਆਨਵਾਨ ਹੈ ਉਹ ਵੀ ਮੋਹ ਦੇ ਪਸਾਰੇ ਦੇ ਵਿੱਚ ਉਲਝਿਆ ਹੋਇਆ। ਤਾਂ ਇੱਥੇ ਉਹਨਾਂ ਦੀ ਲਿਮਿਟੇਸ਼ਨ ਆ ਗਈ। ਹੁਣ ਗੁਰੂ ਮਹਾਰਾਜ ਜਦੋਂ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜ਼ਰੀਏ ਸਾਨੂੰ ਸਮਝਾਉਂਦੇ ਨੇ, ਤਾਂ ਉਹ ਬ੍ਰਹਮਾ ਵਿਸ਼ਨ ਮਹੇਸ਼ ਦੀ ਗੱਲ ਕਰਦੇ ਨੇ, ਤਾਂ ਉਹਨਾਂ ਨੂੰ ਇੱਕ ਰੈਫਰੈਂਸ ਪੁਆਇੰਟ ਦੇ ਵਾਂਗੂ ਯੂਜ਼ ਕਰਦੇ ਨੇ ਸਾਨੂੰ 2-3 ਚੀਜ਼ਾਂ ਸਮਝਾਉਣ ਨੂੰ। ਇੱਕ ਤਾਂ ਪੂਰੀ ਸ੍ਰਿਸ਼ਟੀ ਨਾਸ਼ਵਾਨ ਹੈ, ਦੂਸਰੀ ਹਰ ਕੋਈ ਜਿਹੜਾ ਹੈ ਉਹ ਕਿਸੇ ਨਾ ਕਿਸੇ ਤਰ੍ਹਾਂ ਦੇ ਵਿਕਾਰ ਦੇ ਵਿੱਚ ਫਸਿਆ ਹੋਇਆ, ਔਰ ਇਸ ਵਿਕਾਰ ਤੋਂ ਛੁੱਟਣ ਦਾ ਤਰੀਕਾ ਕੀ ਆ? ਉਸ ਪਰਮ ਪਿਤਾ ਪਰਮਾਤਮਾ ਦੇ ਲੜ ਲੱਗ ਜਾਣਾ, ਉਸ ਦੇ ਨਾਮ ਨੂੰ ਧਿਆਉਣਾ, ਬਸ। ਤਾਂ ਇਹਦੇ ਵਾਸਤੇ ਇੱਕ ਜਿਹੜੀ ਟੈਕਨੀਕਸ ਵਰਤੀਆਂ ਗਈਆਂ ਸਾਨੂੰ ਸਮਝਾਉਣ ਨੂੰ। ਹੁਣ ਇਹਦੇ ਆਈ ਥਿੰਕ ਕਿ ਜਿਹੜਾ ਮੈਂ ਗੱਲ ਕੀਤੀ ਹੋਊਗੀ ਬ੍ਰਹਮਾ ਵਿਸ਼ਨ ਮਹੇਸ਼ ਦੀ, ਉਹ ਬਕਾਇਦਾ ਗੁਰਬਾਣੀ ਦੇ ਰੈਫਰੈਂਸ ਦੇ ਵਿੱਚੋਂ ਹੀ ਕੀਤੀ ਹੋਊਗੀ। ਗੁਰਬਾਣੀ ਇਹ ਨਹੀਂ ਦੱਸਦੀ ਕਿ ਇਹਨਾਂ ਦੇ ਆਪਣੇ ਲੋਕ ਹੈ ਕਿ ਨਹੀਂ ਹੈ। ਜਿੱਥੋਂ ਤੱਕ ਮੈਨੂੰ ਪਤਾ ਨਹੀਂ ਦੱਸਦੀ ਕਿ ਆਪਣੇ ਲੋਕ ਹੈ ਕਿ ਨਹੀਂ ਹੈ, ਐਗਜ਼ਿਸਟ ਕਰਦੇ, ਕਿਉਂਕਿ ਇੱਥੇ ਸਿਰਫ ਉਹਨਾਂ ਨੂੰ ਮਾਈਥੋਲੋਜੀਕਲ ਕਰੈਕਟਰਸ ਵਾਂਗੂ ਵਰਤਿਆ ਗਿਆ।
ਤਾਂ ਮੈਂ ਵੀ ਓਨਾ ਕੀ ਦੇਖੂੰਗੀ, ਉਹੀ ਮੇਰਾ ਸਰੋਤ ਹੈ ਨੌਲੇਜ ਦਾ, ਜਿੱਥੋਂ ਮੈਂ ਗੁਰਬਾਣੀ ਦਾ ਹੀ ਹਵਾਲਾ ਲੈ ਕੇ ਗੱਲ ਕਰ ਸਕਦੀ ਹਾਂ। ਤਾਂ ਇਹੀ ਮੇਰਾ ਮੰਨਣਾ ਵੀ ਇਹੀ ਹੈ ਕਿ ਅਸੀਂ ਸਿਰਫ ਇੱਕ ਰੈਫਰੈਂਸ ਪੁਆਇੰਟ ਲੈ ਕੇ ਸਮਝ ਸਕਦੇ ਹਾਂ। ਇਹ 2 ਕੁਐਸਚਨ ਜਿਹੜੇ ਸੀਗੇ ਇੰਦਰਜੀਤ ਸਿੰਘ ਲਾਲੀ ਹੋਣਾ ਦੇ ਸੀਗੇ। ਅਗਲੇ 2 ਕੁਐਸਚਨ ਹੋਰ ਬੜੇ ਇੰਪੋਰਟੈਂਟ ਹੈ, ਪਰ ਅੱਜ ਸ਼ਾਇਦ ਮੇਰਾ ਜਿਹੜਾ ਟਾਈਮ ਹੈ ਉਹ ਮੈਨੂੰ ਇਜਾਜ਼ਤ ਨਹੀਂ ਦੇ ਰਿਹਾ, ਪਰ ਚਲੋ ਮੈਂ ਇੱਕ ਲਾਸਟ ਜਿਹੜਾ ਕੁਐਸਚਨ ਆ ਉਹ ਲੈ ਲੈਂਦੀ ਹਾਂ। ਗੁਰਪ੍ਰੀਤ ਸਿੰਘ ਹੁਣੀ ਲਿਖਦੇ ਨੇ ਕਿ ਇੱਕ ਤਾਂ ਉਹਨਾਂ ਨੇ ਮੈਨੂੰ ਸਵਾਲ ਕੀਤਾ ਸੀਗਾ ਕਿ ਸਿੱਖ ਧਰਮ ਹੈ ਕਿ ਨਹੀਂ। ਬਹੁਤੇ ਲੋਕ ਕਹਿੰਦੇ ਬਹੁਤੇ ਲੋਕ ਦੱਸਦੇ ਨੇ ਕਿ ਸਿੱਖ ਧਰਮ ਨਹੀਂ, ਸਿੱਖੀ ਜਿਹੜਾ ਹੈ ਉਹ ਵੇ ਆਫ ਲਾਈਫ ਹੈ। ਤਾਂ ਇਹਨੂੰ ਅਸੀਂ ਕਿਸ ਤਰੀਕੇ ਨਾਲ ਸਮਝ ਸਕਦੇ ਹਾਂ ਕਿ ਕਿਆ ਸਿੱਖੀ ਵੇ ਆਫ ਲਾਈਫ ਹੈ ਜਾਂ ਸਿੱਖ ਧਰਮ ਹੀ ਹੈ, ਇਹਨੂੰ ਕਿਸ ਤਰੀਕੇ ਨਾਲ ਸਮਝ ਸਕਦੇ ਹਾਂ। ਤਾਂ ਇਹਦੇ ਵਾਸਤੇ ਗੁਰਪ੍ਰੀਤ ਸਿੰਘ ਜੀ, ਮੈਂ ਤੁਹਾਨੂੰ ਸ਼ਾਇਦ ਈਮੇਲ ਦੇ ਵਿੱਚ ਮੈਂ ਜਵਾਬ ਵੀ ਦਿੱਤਾ ਸੀਗਾ ਕਿ ਇਹ ਗੱਲ ਆਲਰੇਡੀ ਮੈਂ ਗੁਰੂ ਨਾਨਕ ਪਾਤਸ਼ਾਹ ਦੇ ਜਿਹੜੇ ਐਪੀਸੋਡ ਚੱਲ ਰਹੇ ਨੇ ਇਹਨਾਂ ਵਿੱਚ ਕਰ ਚੁੱਕੀ ਹਾਂ। ਬਹੁਤੇ ਲੋਕ ਇਸ ਚੀਜ਼ ਨੂੰ ਕਨਫਿਊਜ਼ ਕਰਦੇ ਨੇ ਕਿ ਸਿੱਖੀ ਇਜ਼ ਅ ਵੇ ਆਫ ਲਾਈਫ ਐਂਡ ਨਾਟ ਅ ਰਿਲੀਜਨ। ਯੈਸ, ਇਟ ਇਜ਼ ਨਾਟ ਅ ਰਿਲੀਜਨ, ਕਿਉਂਕਿ ਰਿਲੀਜਨ ਦਾ ਮਤਲਬ ਧਰਮ ਨਹੀਂ ਹੁੰਦਾ। ਇਹ ਗੱਲ ਵੀ ਮੈਂ ਬੜੇ ਵਿਸਥਾਰ 'ਚ ਕਰਕੇ ਆ ਚੁੱਕੀ ਹਾਂ। ਖੈਰ, ਆਪਾਂ ਅਗਰ ਸਿਰਫ ਧਰਮ ਦੀ ਗੱਲ ਕਰੀਏ ਤਾਂ ਸਿੱਖੀ ਵੇ ਆਫ ਲਾਈਫ। ਹੁਣ ਵੇ ਆਫ ਲਾਈਫ ਤਾਂ ਹਰ ਇੱਕ ਚੀਜ਼ ਹੀ ਵੇ ਆਫ ਲਾਈਫ ਹੈ। ਤੁਸੀਂ ਸਵੇਰੇ ਉੱਠਦੇ ਹੋ, ਤੁਸੀਂ ਫਰੈਸ਼ ਹੁੰਦੇ ਹੋ, ਚਾਹ ਪੀਂਦੇ ਆ, ਉਸ ਤੋਂ ਬਾਅਦ ਤੁਸੀਂ ਆਪਣੇ ਘਰ ਦੇ ਆਪਣੇ ਕੰਮਾਂ 'ਤੇ ਚੱਲ ਜਾਂਦੇ ਆ। ਤੁਹਾਡੇ ਕੰਮ ਕੋਈ ਵੀ ਹੋ ਸਕਦਾ ਆ, ਉਹ ਸਾਰਾ ਵੇ ਆਫ ਲਾਈਫ ਹੀ ਆ। ਪਰ ਫਿਰ ਇਹਨੂੰ ਆਪਾਂ ਧਰਮ ਦੇ ਨਾਲੋਂ ਅਲੱਗ ਕਿੱਦਾਂ, ਜਾਂ ਧਰਮ ਨੂੰ ਕਿੱਦਾਂ ਕਹਾਂਗੇ? ਜੇ ਸਿੱਖੀ ਵੀ ਵੇ ਆਫ ਲਾਈਫ ਹੈ, ਫਿਰ ਹਿੰਦੂ ਵੇ ਆਫ ਲਾਈਫ ਵੀ ਹੈ, ਇਸਲਾਮ ਵੀ ਵੇ ਆਫ ਲਾਈਫ ਹੈ, ਦੈਨ ਧਰਮ ਕੀ ਆ? ਸੋ ਧਰਮ ਬੇਸਿਕਲੀ ਉਹੀ ਹੁੰਦਾ ਹੈ ਕਿ ਜਦੋਂ ਤੁਹਾਡੇ ਜਿਹੜੇ ਕਰਮ ਹੈ, ਤੁਸੀਂ ਆਪਣੇ ਜੋ ਵੀ ਡੀਡ ਕਰਦੇ ਆ, ਜੋ ਵੀ ਕੰਮ ਕਰ ਰਹੇ ਆ, ਉਹਨੂੰ ਇੱਕ ਇਸ ਤਰੀਕੇ ਨਾਲ ਕੌਨਸ਼ੀਅਸਨੈਸ ਨਾਲ ਕਰਨਾ ਸ਼ੁਰੂ ਕਰ ਦਿੰਦੇ ਆ ਕਿ ਤੁਹਾਨੂੰ ਕੋਈ ਦੇਖ ਰਿਹਾ ਹੈ, ਤਾਂ ਉਸ ਟਾਈਮ 'ਤੇ ਉਹ ਕਰਮ ਤੁਹਾਡੇ ਧਰਮ ਬਣ ਜਾਂਦੇ ਆ। ਔਰ ਇੱਕ ਬਕਾਇਦਾ ਨਿਯਮਬੱਧ ਹੈ, ਨਿਯਮ ਹੁੰਦੇ ਆ, ਧਰਮ ਦੇ ਨਿਯਮ ਹੁੰਦੇ ਆ, ਔਰ ਉਹੀ ਨਿਯਮ ਜਿਹੜੇ ਅੱਜ ਕੱਲ੍ਹ ਅਸੀਂ ਡਿਸਕਸ ਕਰ ਰਹੇ ਹਾਂ। ਤਾਂ ਇਹਦਾ ਜਵਾਬ ਆਈ ਥਿੰਕ ਮੈਂ ਆਲਰੇਡੀ ਦੇ ਚੁੱਕੀ ਹਾਂ। ਅਗਲੇ ਜਿਹੜੇ ਤੁਹਾਡੇ ਸਵਾਲ ਹੈ ਉਹ ਮੈਨੂੰ ਲੱਗਦਾ ਕਿ ਮੈਂ ਨੈਕਸਟ ਐਪੀਸੋਡ ਦੇ ਵਿੱਚ ਲਊਂਗੀ। ਬੇਸ਼ੱਕ ਉਹ ਅਗਲੇ ਹਫਤੇ ਨਹੀਂ ਤਾਂ ਉਸ ਤੋਂ ਅਗਲੇ ਵਾਰੀ ਜਦੋਂ ਵੀ ਆਪਾਂ ਕੁਐਸਚਨ ਆਨਸਰਸ ਦੇ ਕੀਤੇ ਉਦੋਂ ਲਊਂਗੀ, ਕਿਉਂਕਿ ਉਹ ਐਕਸਪਲੇਨੇਟਰੀ ਆ, ਬਹੁਤ ਜ਼ਿਆਦਾ ਉਹਨਾਂ ਵਿੱਚ ਐਕਸਪਲੇਨੇਸ਼ਨ ਚਾਹੀਦੀ ਆ। ਇੱਕ ਤਾਂ ਉਹਨਾਂ ਨੇ ਸਵਾਲ ਕੀਤਾ ਹੈ ਕਿ ਇੱਕ ਸਿੱਖ ਗੈਰ ਸਿੱਖ ਨਾਲ ਵਿਆਹ ਕਰਵਾ ਸਕਦਾ ਹੈ, ਜਾਂ ਇੱਕ ਸਿੱਖ ਲੜਕਾ ਗੈਰ ਸਿੱਖ ਲੜਕੀ ਨਾਲ ਵਿਆਹ ਕਰਵਾ ਸਕਦਾ ਹੈ? ਕੀ ਸਿੱਖੀ ਇਸ ਦੀ ਪ੍ਰਵਾਨਗੀ ਦਿੰਦੀ ਹੈ? ਜੇ ਨਹੀਂ ਦਿੰਦੀ ਤਾਂ ਕਿਉਂ ਨਹੀਂ ਦਿੰਦੀ? ਗੁਰੂ ਨਾਨਕ ਸਾਹਿਬ ਜੀ ਦਾ ਦਰਬਾਰ ਤਾਂ ਗੈਰ ਸਿੱਖ ਨੂੰ ਵੀ ਗਲਵੱਕੜੀ ਵਿੱਚ ਲੈਂਦਾ ਹੈ। ਇਹ ਤੁਹਾਡਾ ਸਵਾਲ ਬਹੁਤ ਖੂਬਸੂਰਤ ਹੈ ਔਰ ਬੜਾ ਇੰਪੋਰਟੈਂਟ ਸਵਾਲ ਹੈ। ਇਸ ਦਾ ਜਵਾਬ ਮੈਂ ਅਗਲੇ ਜਦੋਂ ਵੀ ਆਪਾਂ ਕੁਐਸਚਨ ਆਨਸਰ ਸੀਰੀਜ਼ ਲੈ ਕੇ ਆਵਾਂਗੇ ਉਦੋਂ ਮੈਂ ਜ਼ਰੂਰ ਇਹਦਾ ਜਵਾਬ ਦਊਂਗੀ। ਪਰ ਉਸ ਤੋਂ ਪਹਿਲਾਂ ਮੈਂ ਸਾਰੀ ਸੰਗਤ ਦੇ ਚਰਨਾਂ ਦੇ ਵਿੱਚ ਇਹ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਜਿਸ ਤਰੀਕੇ ਨਾਲ ਵੀ ਇਸ ਕੁਐਸਚਨ ਦਾ ਆਨਸਰ ਸੋਚਦੇ ਹੋ ਤਾਂ ਉਹ ਜ਼ਰੂਰ ਤੁਸੀਂ ਮੈਨੂੰ ਲਿਖ ਕੇ ਭੇਜੋ, ਤਾਂ ਕਿ ਹੋ ਸਕਦਾ ਜਿਹੜਾ ਮੇਰਾ ਥਾਟ ਹੋਵੇ ਉਹ ਤੁਹਾਡੇ ਕਿਸੇ ਆਨਸਰ ਦੇ ਨਾਲੋਂ ਥੋੜ੍ਹਾ ਜਿਹਾ ਡਿਫਰੈਂਟ ਹੋ ਕੇ ਥੋੜ੍ਹਾ ਚੇਂਜ ਹੋਵੇ, ਜਾਂ ਆਪਾਂ ਕੁਝ ਐਡ ਅਪ ਕਰ ਸਕੀਏ। ਤਾਂ ਇਹ ਸਵਾਲ ਮੈਂ ਸੰਗਤ ਦੀ ਕਚਹਿਰੀ ਵਿੱਚ ਰੱਖਦੀ ਹਾਂ। ਆਪ ਸਭ ਨੂੰ ਬੇਨਤੀ ਆ ਕਿ ਪਲੀਜ਼ ਇਹਦਾ ਆਨਸਰ ਜਿਹੜਾ ਆਪਣੇ ਅਕੋਰਡਿੰਗ ਉਹ ਮੈਨੂੰ ਜ਼ਰੂਰ ਲਿਖ ਕੇ ਭੇਜੋ, ਸੋ ਦੈਟ ਕਿ ਆਪਾਂ ਇਹਦੇ ਉੱਤੇ ਹੋਰ ਵਿਚਾਰ ਚਰਚਾ ਕਰਕੇ ਇਹਦਾ ਆਨਸਰ ਲੱਭ ਸਕੀਏ। ਬੜਾ ਇੰਪੋਰਟੈਂਟ ਕੁਐਸਚਨ ਹੈ। ਇੰਨੀਆਂ ਕੁ ਗੱਲਾਂ ਕਰਦੇ ਹੋਏ, ਇੰਨੀਆਂ ਕੁ ਗੱਲਾਂ ਦੇ ਨਾਲ ਅੱਜ ਮੇਰੀਆਂ ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰਨਾ ਜੀ। ਅਗਲੇ ਵਾਰੀ ਆਪਾਂ ਫੇਰ ਮਿਲਾਂਗੇ। ਹੋਪਫੁਲੀ ਅਗਰ ਮੈਨੂੰ ਤੁਹਾਡੇ ਜਵਾਬ ਆਏ ਤਾਂ ਇਹੀ ਸਵਾਲ ਨੂੰ ਆਪਾਂ ਅਗਲੇ ਐਪੀਸੋਡ 'ਚ ਲਵਾਂਗੇ। ਅਗਰ ਨਹੀਂ ਆਏ ਤਾਂ ਫਿਰ ਮੈਂ ਜਿਹੜਾ ਨੋਰਮਲ ਆਪਣਾ ਇੱਕ ਰੂਟੀਨ ਦੇ ਵਿੱਚ ਚੱਲ ਰਿਹਾ ਉਹਨੂੰ ਹੀ ਲੈ ਕੇ ਉਹਨੂੰ ਹੀ ਅੱਗੇ ਵਧਾਊਂਗੀ। ਪਰ ਫਿਰ ਵੀ ਮੈਂ ਆਸ਼ਾ ਕਰਦੀ ਹਾਂ ਕਿ ਤੁਸੀਂ ਮੈਨੂੰ ਇਹਦੇ ਜਵਾਬ ਜਿਹੜੇ ਜ਼ਰੂਰ ਭੇਜੋਗੇ। ਅਦਰਵਾਈਜ਼ ਨੈਕਸਟ ਟਾਈਮ ਜਦੋਂ ਵੀ ਆਪਾਂ ਕੁਐਸਚਨ ਆਨਸਰਸ ਲਵਾਂਗੇ ਫਿਰ ਮੈਂ ਪਹਿਲਾ ਸਵਾਲ ਜਿਹੜਾ ਇਹੀ ਲਊਂਗੀ। ਇੰਨੀਆਂ ਮੇਰੀਆਂ ਬੇਨਤੀਆਂ ਪ੍ਰਵਾਨ ਕਰਦੇ ਹੋਏ ਮੈਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।